ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਪਰਾਧੀ ਤਰਿਆ ਰੇ। ਗੁਰ ਨਾਨਕ ਜਿਨ ਸੁਣਿਆ ਪੇਖਿਆ, ਸੇ ਫਿਰ ਗਰਭਾਸ ਨਾ ਪਰਿਆ ਰੇ। ਗੁਰੂ ਗੁਰੂ ਗੁਰ ਕਰ ਮਨ ਮੋਰ, ਗੁਰੂ ਬਿਨਾ ਮੈਂ ਨਾਹੀ ਹੋਰ। ਗੁਰ ਕੀ ਟੇਕ ਰਹੋ ਦਿਨ ਰਾਤ, ਜਾ ਕੀ ਕੋਏ ਨਾ ਮਿਟੈ ਦਾਤ। ਗੁਰ ਜੈਸਾ ਨਾਹੀ ਕੋ ਦੇਵ, ਜਿਸ ਮਸਤਕ ਭਾਗ ਸੋ ਲਾਗਾ ਸੇਵ। ਵਾਹੁ ਵਾਹੁ ਬਾਣੀ ਨਿਰੰਕਾਰ ਹੈ, ਤਿਸ ਜੇ ਵੱਡ ਅਵਰ ਨਾ ਕੋਏ। ਵਾਹੁ ਵਾਹੁ ਅਗਮ ਅਥਾਹੁ ਹੈ, ਵਾਹੁ ਵਾਹੁ ਸੱਚਾ ਸੋਇ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹਲਾ ਤੀਜਾ। ਅਭਿਆਗਤ ਜਿਨ ਆਖੀਅਨ, ਜਿਨ ਕੀ ਚਿਤ ਮਨ ਭਰਮ। ਇਸ ਦਾ ਦਿੱਤਾ ਨਾਨਕ, ਇਹੋ ਜਿਹੜਾ ਧਰਮ। ਅਪਾਰ ਨਿਰੰਜਨ ਪਰਮ ਪਦ, ਤਾਕਾ ਭੁਖਾ ਹੋਏ। ਇਸ ਕਾ ਭੋਜਨ ਨਾਨਕਾ, ਮਿਰਲਾ ਪਾਏ ਕੋਏ। ਅਭਿਆਗਤ ਇਹ ਨ ਆਖੀਅਨ, ਜਿਨ ਕੇ ਚਿਤ ਮਨ ਭਰਮ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਾ ਹਰ ਜਹੂਰ ਹਾਜ਼ਰ ਹਜੂਰ, ਸਰਬ ਕਲਾ ਭਰਪੂਰ। ਪਤਿਤ ਪਾਵਨ ਭਗਤ ਵਸ਼ਲ ਅੰਤਰਜਾਮੀ, ਦਸਾਂ ਪਾਤਸ਼ਾਹੀਆਂ ਦੀ ਜੋਤ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰਾਂ ਦੀ ਅਪਾਰ ਕਿਰਪਾ ਰਹਿਮਤ ਦਾ ਸਦਕਾ ਜਗਤ ਗੁਰੂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਸਤਿਗੁਰਾਂ ਦੇ ਪਾਵਣੇ ਅਸਥਾਨ ਸੱਚਖੰਡ ਦਰਬਾਰ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਵਿਖੇ ਅੰਮ੍ਰਿਤ ਵੇਲੇ ਦੇ ਸਜੇ ਹੋਏ ਸੁੰਦਰ ਦੀਵਾਨ ਪੰਜ ਬਾਣੀਆਂ ਦਾ ਨਿਤਨੇਮ ਹੋਇਆ। ਸਤਿਗੁਰੂ ਜੀ ਦੇ ਪਾਵਨ ਦਰਬਾਰ ਦੀ ਮਰਿਆਦਾ ਅਨੁਸਾਰ ਗੁਰੂ ਮਹਾਰਾਜ ਸਾਹਿਬ ਜੀ ਦੇ ਪਾਵਨ ਪ੍ਰਕਾਸ਼ ਦੀ ਟਹਿਲ ਸੇਵਾ ਹੋਈ। ਸਤਿਗੁਰਾਂ ਨੇ ਆਪਣੇ ਅੰਮ੍ਰਿਤਮਈ ਦਰਸ਼ਨ ਬਖਸ਼ਿਸ਼ ਕੀਤੇ। ਆਸਾ ਕੀ ਵਾਰ ਦਾ ਸੰਪੂਰਨ ਕੀਰਤਨ ਸਤਿਗੁਰਾਂ ਦੀ ਪਾਵਨ ਹਜ਼ੂਰੀ ਅੰਦਰ ਹੋਇਆ ਹੈ। ਲੜੀਵਾਰ ਰੂਪ ਦੇ ਵਿੱਚ ਰਾਮ ਕਲੀ ਰਾਗ ਦੀ
ਪਹਿਲੀ ਵਾਰ ਦੇ ਅੰਦਰ ਸਤਿਗੁਰੂ ਜੀ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਤੀਜੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦੀ ਉਚਾਰਨ ਕੀਤੀ ਹੋਈ ਇਹ ਵਾਰ ਹੈ, ਜਿਸ ਦੇ ਅੰਦਰ ਸਾਧ ਸੰਗਤ ਜੀ 21 ਪੌੜੀਆਂ ਔਰ ਨਾਲ ਸ਼ਲੋਕ ਮਹਾਰਾਜ ਸਾਹਿਬ ਜੀ ਨੇ ਉਚਾਰਨ ਕੀਤੇ ਹਨ। ਆਰੰਭ ਦੇ ਵਿੱਚ ਸਿਰਲੇਖ ਦਿੱਤਾ ਹੈ, ਰਾਮ ਕਲੀ ਕੀ ਵਾਰ ਮਹੱਲਾ ਤੀਜਾ। ਇਹ ਤੀਜੇ ਪਾਤਸ਼ਾਹ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦੀ ਉਚਾਰਨ ਕੀਤੀ ਹੋਈ ਇਹ ਵਾਰ ਹੈ। ਇਸ ਦੀਆਂ ਪੌੜੀਆਂ ਸਾਰੀਆਂ ਤੀਜੇ ਪਾਤਸ਼ਾਹ ਜੀ ਦੀਆਂ ਹਨ। ਫਿਰ ਧੁਨੀ ਚੜ੍ਹਾਈ ਹੈ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ। 22 ਵਾਰਾਂ ਦੇ ਵਿੱਚੋਂ 9 ਵਾਰਾਂ ਦੇ ਅੰਦਰ 9 ਧੁਨੀਆਂ ਆਉਂਦੀਆਂ ਹਨ। ਇਸੇ ਤਰ੍ਹਾਂ ਇਹ ਰਾਮਕਲੀ ਰਾਗ ਦੀ ਪਹਿਲੀ ਵਾਰ ਦੇ ਅੰਦਰ ਜੋ ਧੁਨੀ ਛੇਵੇਂ ਪਾਤਸ਼ਾਹ ਨੇ ਚੜ੍ਹਾਈ ਹੈ, ਜੋਧ ਹੈ, ਵੀਰ ਹੈ, ਪੂਰ ਬਾਣੀ ਕੀ ਧੁਨੀ। ਜੋਧਾ ਤੇ ਵੀਰਾ ਜੋ ਪੂਰ ਬਾਣੀ ਦੇ ਪੁੱਤਰ ਸਨ, ਦੋਵੇਂ ਸੂਰਮੇ, ਜੋ 6 ਤੁਖੀ ਪੌੜੀ ਜੋਧੇ ਤੇ ਵੀਰਾ, ਉਹਨਾਂ ਦੇ ਜਸ ਦੇ ਵਿੱਚ ਢਾਡੀ ਸਿੱਖਾਂ ਨੇ ਗਾਈ ਤਾਂ ਮਹਾਰਾਜ ਸਾਹਿਬ ਜੀ ਨੇ ਉਹ ਧੁਨੀ ਇੱਥੇ ਚੜ੍ਹਾ ਕਰਕੇ ਆਖਿਆ, ਰਾਮਕਲੀ ਰਾਗ ਦੀ ਇਹ ਪਹਿਲੀ ਵਾਰ ਦੀਆਂ ਜੋ ਪੌੜੀਆਂ ਹਨ ਉਹ ਇਸ ਧੁਨੀ ਦੇ ਉੱਤੇ ਗਾਈਆਂ ਜਾਣ। ਤੋ ਸਾਧ ਸੰਗਤ ਜੀ 5 ਪੌੜੀਆਂ ਸ਼ਲੋਕਾਂ ਸਮੇਤ ਪਿੱਛੇ ਵਿਚਾਰ ਹੋ ਚੁੱਕੀ ਹੈ। ਜੋ 6ਵੀਂ ਪੌੜੀ ਸ਼ਲੋਕਾਂ ਸਮੇਤ ਆ ਰਹੀ ਹੈ, ਉਸ ਦੀ ਵਿਚਾਰ ਅੱਜ ਦੇ ਦੀਵਾਨ ਅੰਦਰ ਹੋਵੇਗੀ। ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਸ੍ਰੀ ਗੋਇੰਦਵਾਲ ਸਾਹਿਬ ਦੀ ਧਰਤੀ ਨੂੰ ਭਾਗ ਲਾ ਰਹੇ ਹਨ। 1609 ਬਿਕਰਮੀ ਸੰਮਤ ਨੂੰ ਤੀਜੇ ਪਾਤਸ਼ਾਹ ਗੁਰਤਾ ਗੱਦੀ ਦੇ ਤਖਤ ਤੇ ਸੋਭਨੀਕ ਹੋਏ ਔਰ 1609 ਤੋਂ ਲੈ ਕਰਕੇ 1631 ਬਿਕਰਮੀ ਸੰਮਤ ਤੱਕ ਆਪ ਜੀ ਨੇ ਗੁਰਿਆਈ ਕੀਤੀ ਹੈ। ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਨੇ ਉਹਨਾਂ ਦਿਨਾਂ ਦੇ ਵਿੱਚ ਆਪ ਜੀ ਨੇ ਬੇਅੰਤ ਬਖਸ਼ਿਸ਼ਾਂ ਵਰਤਾਈਆਂ, ਸੰਗਤਾਂ ਨੂੰ ਦਰਸ਼ਨ ਦੇ ਕੇ ਉਪਦੇਸ਼ ਦੇ ਕਰਕੇ ਨਿਹਾਲ ਕਰਦੇ ਹਨ। ਤਾਂ ਇੱਕ ਵੈਸ਼ਨੋ ਮਾਈ ਦਾਸ ਜਿਸ ਦਾ ਨਾਮ ਹੈ, ਜੋ ਸ੍ਰੀ ਕ੍ਰਿਸ਼ਨ ਜੀ ਦਾ ਉਪਾਸ਼ਕ ਹੈ, ਵੈਰਾਗੀ, ਉਹ ਮਾਈ ਦਾਸ ਨੇ ਕਿਸੇ ਸਿੱਖ ਦੇ ਪਾਸੋਂ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦੀ ਮਹਿਮਾ ਸੁਣੀ ਹੈ, ਗੁਰੂ ਸਾਹਿਬ ਜੀ ਦੀ ਵਡਿਆਈ ਸੁਣੀ ਤਾਂ ਸਤਿਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਆਇਆ। ਇਹ ਆਪਣੇ ਹੱਥੀਂ ਪ੍ਰਸ਼ਾਦਾ ਤਿਆਰ ਕਰਕੇ ਛਕਿਆ ਕਰਦਾ ਸੀ, ਨਿਯਮ ਦੇ ਨਾਲ, ਸੰਜਮ ਦੇ ਨਾਲ, ਸੁਚਮਤਾ ਦੇ ਨਾਲ। ਜਿਸ ਵੇਲੇ ਸ੍ਰੀ ਗੋਇੰਦਵਾਲ ਸਾਹਿਬ ਆਇਆ, ਇਹਨੇ ਬੇਨਤੀ ਕੀਤੀ ਕਿ ਮੈਂ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਤੀਜੇ ਪਾਤਸ਼ਾਹ ਜੀ ਦੇ ਦਰਸ਼ਨ ਕਰਨੇ ਹਨ। ਗੁਰਸਿੱਖਾਂ ਨੇ ਦੱਸਿਆ ਵੀ ਇੱਥੋਂ ਦਾ ਨਿਯਮ ਇਹ ਹੈ, ਪਹਿਲਾਂ ਲੰਗਰ ਵਿੱਚ ਬੈਠ ਕੇ ਪ੍ਰਸ਼ਾਦਾ ਛਕਣਾ ਪੈਂਦਾ ਹੈ ਤੇ ਫਿਰ ਦਰਬਾਰ ਵਿੱਚ ਜਾ ਕੇ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਹੁੰਦੇ ਹਨ। ਇਹਨੇ ਵੇਖਿਆ ਵੀ ਇੱਥੇ ਤੇ ਸਾਰੇ ਇੱਕੇ ਪੰਗਤ ਵਿੱਚ ਬੈਠ ਕੇ ਛਕਦੇ, ਇੱਥੇ ਕੋਈ ਵੱਖਰੀ ਵੱਖਰੀ ਪੰਗਤ ਨਹੀਂ ਲੱਗਦੀ ਹੈ, ਲੰਗਰ ਵੀ ਸਾਰਿਆਂ ਵਾਸਤੇ ਇੱਕੋ ਜਿਹਾ ਇਕੱਠਾ ਹੀ ਬਣਦਾ ਹੈ। ਇਹ ਪੰਗਤ ਵਿੱਚ ਬ੍ਰਾਹਮਣ ਵੀ, ਛਤਰੀ ਵੀ, ਵੈਸ ਵੀ, ਸ਼ੂਦਰ ਵੀ ਸਾਰੇ ਇਕੱਠੇ ਹੀ ਬੈਠ ਜਾਂਦੇ ਆ, ਕਿਉਂਕਿ ਇਹ ਸੰਸਾਰ ਦੇ ਵਿੱਚ ਵੰਡੀਆਂ ਪਈਆਂ ਹੋਈਆਂ ਸਨ।
ਬ੍ਰਾਹਮਣ ਆਪਣੀ ਪੰਗਤ ਵੱਖਰੀ ਲਾਉਂਦੇ ਸੀ, ਛਤਰੀ ਆਪਣੀ ਪੰਗਤ ਵੱਖਰੀ ਲਾਉਂਦੇ ਸੀ, ਵੈਸਾਂ ਦੀ ਪੰਗਤ ਵੱਖਰੀ ਲੱਗਦੀ ਹੁੰਦੀ ਸੀ। ਸ਼ੂਦਰਾਂ ਨੂੰ ਤਾਂ ਨੇੜੇ ਨਹੀਂ ਸੀ ਆਉਣ ਦਿੰਦੇ, ਜਿਨ੍ਹਾਂ ਨੂੰ ਸ਼ੂਦਰ ਕਹਿੰਦੇ ਸੀ ਵੀ ਇਹ ਨੀਵੀਂ ਜਾਤੀ ਵਾਲੇ ਆ, ਇਹ ਸਾਡੀ ਪੰਗਤ ਵਿੱਚ ਨਹੀਂ ਆ ਸਕਦੇ, ਇਹਨਾਂ ਦਾ ਪਰਛਾਵਾਂ ਵੀ ਨਹੀਂ ਅਸੀਂ ਲੈਣਾ। ਪਰ ਗੁਰੂ ਮਹਾਰਾਜ ਸਾਹਿਬ ਜੀ ਨੇ ਸਾਰੇ ਵਿਤਕਰੇ ਦੂਰ ਕੀਤੇ। ਵਿਤਕਰਾ ਦੂਰ ਕਰਨ ਵਾਸਤੇ ਹੀ ਇਹ ਮਰਿਆਦਾ ਕਾਇਮ ਕੀਤੀ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਨੇ ਕਿ ਪਹਿਲਾਂ ਪੰਗਤ ਵਿੱਚ ਬੈਠ ਕਰਕੇ ਪ੍ਰਸ਼ਾਦਾ ਛਕੋ, ਇੱਕੇ ਪੰਗਤ ਵਿੱਚ, ਫਿਰ ਸੰਗਤ ਵਿੱਚ ਆ ਕੇ ਦਰਬਾਰ ਵਿੱਚ ਆ ਕਰਕੇ ਸਾਡੇ ਦਰਸ਼ਨ ਕਰੋ। ਪ੍ਰਥਮੇ ਪੰਗਤ ਪਾਤਸ਼ਾਹ ਸੰਗਤ, ਐਸਾ ਆਪ ਜੀ ਨੇ ਸਿਧਾਂਤ ਕਾਇਮ ਕੀਤਾ। ਇਹ ਮਾਈ ਦਾਸ ਵੈਸ਼ਨੂ ਨੇ, ਸਾਧੂ ਨੇ ਮਨ ਵਿੱਚ ਵਿਚਾਰਿਆ ਵੀ ਮੈਂ ਤਾਂ ਇਸ ਤਰ੍ਹਾਂ ਪ੍ਰਸ਼ਾਦਾ ਨਹੀਂ ਛਕਾਂਗਾ, ਮੈਂ ਤੇ ਆਪਣੇ ਹੱਥੀਂ ਤਿਆਰ ਕਰਕੇ ਛਕਦਾ ਹਾਂ। ਸਿੱਖ ਨੂੰ ਦੱਸਿਆ, ਉਹਨੇ ਸਿੱਖ ਨੇ ਆਖਿਆ ਵੀ ਕੋਈ ਗੱਲ ਨਹੀਂ ਅਭਿਆਗਤ ਜੀ, ਸਾਧੂ ਜੀ, ਤੁਹਾਨੂੰ ਗੁਰੂ ਕੇ ਲੰਗਰ ਵਿੱਚੋਂ ਸੁੱਕੀ ਰਸਤ ਲੈ ਦਿੰਨੇ ਆ ਤੇ ਤੁਸੀਂ ਆਪਣਾ ਲੰਗਰ ਪਾਣੀ ਤਿਆਰ ਕਰਕੇ ਹੱਥੀਂ ਤਿਆਰ ਕਰਕੇ ਛਕ ਲਓ ਸੁਚਮਤਾ ਦੇ ਨਾਲ। ਤਾਂ ਗੁਰੂ ਕੇ ਲੰਗਰ ਦੇ ਵਿੱਚੋਂ ਆਟਾ, ਦਾਲ, ਖੰਡ, ਜੋ ਵੀ ਵਸਤੂਆਂ ਚਾਹੀਦੀਆਂ ਸੀ ਉਹ ਸਾਰੀਆਂ ਲੈ ਕਰਕੇ ਸਿੱਖ ਨੇ ਮਾਈ ਦਾਸ ਨੂੰ ਦਵਾ ਦਿੱਤੀਆਂ। ਉਹ ਸੁੱਕੀ ਰਸਤ ਲੈ ਲਈ। ਹੁਣ ਆਪਣਾ ਲੰਗਰ ਤਿਆਰ ਕਰਨ ਵਾਸਤੇ ਤੇ ਚੁੱਲ੍ਹਾ ਬਣਾਉਣ ਵਾਸਤੇ ਜਿੱਥੋਂ ਥਾਂ ਪੁੱਟਦਾ ਹੈ ਨਾ, ਉੱਥੋਂ ਹੀ ਹੱਡੀਆਂ ਨਿਕਲਦੀਆਂ। ਇੱਕ ਥਾਂ ਤੋਂ ਥਾਂ ਪੁੱਟਿਆ ਮਾਈ ਦਾਸ ਨੇ, ਉੱਥੋਂ ਹੱਡੀਆਂ ਨਿਕਲੀਆਂ ਥੱਲਿਓਂ। ਕਹਿੰਦਾ ਵੀ ਇਹ ਥਾਂ ਪਵਿੱਤਰ ਹੈ, ਮੈਲਾ ਹੈ। ਫਿਰ ਜਾ ਇਸ਼ਨਾਨ ਕੀਤਾ। ਦੂਜੇ ਥਾਂ ਦੇ ਉੱਤੇ ਚੁੱਲ੍ਹਾ ਬਣਾਉਣ ਵਾਸਤੇ ਫਿਰ ਥਾਂ ਪੁੱਟਿਆ, ਉੱਥੋਂ ਫਿਰ ਹੱਡੀਆਂ ਨਿਕਲੀਆਂ। ਫਿਰ ਤੀਜੇ ਥਾਂ ਤੇ ਪੁੱਟਿਆ। ਕਿੰਨੀ ਥਾਵਾਂ ਦੇ ਉੱਤੇ, ਵੱਖ-ਵੱਖ ਥਾਵਾਂ ਤੇ ਥਾਂ ਪੁੱਟਿਆ ਤੇ ਉਹ ਐਸਾ ਕੌਤਕ ਵਰਤਾਇਆ ਮਹਾਰਾਜ ਸਾਹਿਬ ਨੇ, ਐਸੀ ਕਲਾ ਵਰਤੀ, ਜਿੱਥੋਂ ਥਾਂ ਪੁੱਟਦਾ ਉੱਥੋਂ ਮਿੱਟੀ ਚੋਂ, ਜ਼ਮੀਨ ਚੋਂ ਹੱਡੀਆਂ ਨਿਕਲਦੀਆਂ। ਕਹਿੰਦਾ ਇਹ ਸਾਰੀ ਧਰਤੀ ਮਲੀਨ ਹੈ, ਅਪਵਿੱਤਰ ਹੈ। ਇਸ ਕਰਕੇ ਉਹ ਉੱਥੇ ਹੀ ਰਸਤ ਰੱਖ ਕਰਕੇ ਇੱਥੇ ਛੱਡ ਕੇ ਕਹਿੰਦਾ ਵੀ ਨਹੀਂ, ਗੁਰੂ ਸਾਹਿਬ ਦੇ ਦਰਸ਼ਨ ਹੀ ਨਹੀਂ ਕਰਨੇ, ਮਹਾਰਾਜ ਦੇ ਦਰਸ਼ਨ ਨਹੀਂ ਕਰਨੇ, ਤੇ ਵਾਪਸ ਮੁੜ ਗਿਆ। ਦੁਆਰਕਾ ਲਾਗੇ ਗਿਆ, ਜੰਗਲ ਦੇ ਵਿੱਚ ਜਾ ਰਿਹਾ ਹੈ। ਇਕਾਦਸ਼ੀ ਦਾ ਦਿਨ ਆਇਆ, ਇਕਾਦਸ਼ੀ ਦੀ ਥਿੱਤ। ਇਕਾਦਸ਼ੀ ਦੀ ਥਿੱਤ ਜਾਣ ਕੇ ਇਹਨੇ ਉਸ ਦਿਨ ਵਰਤ ਰੱਖਿਆ। ਅਗਲੇ ਦਿਨ ਜੰਗਲ ਵਿੱਚ ਹੀ ਸੀ ਇਹ, ਤਾਂ ਖਿਆਲ ਕਰਦਾ ਵੀ ਹੁਣ ਵਰਤ ਖੋਲਿਆ ਜਾਵੇ, ਤੇ ਜੰਗਲ ਵਿੱਚੋਂ ਪੀਣ ਵਾਸਤੇ ਪਾਣੀ ਵੀ ਨਹੀਂ ਲੱਭਦਾ, ਪਾਣੀ ਵੀ ਨਾ ਮਿਲਿਆ। ਤੁਰਿਆ ਜਾ ਰਿਹਾ, ਭੁੱਖ ਨੇ ਬੜਾ ਸਤਾਇਆ ਹੈ, ਪਿਆਸ ਬਹੁਤ ਲੱਗੀ ਹੋਈ ਹੈ। ਪਿਛਲੇ ਦਿਨ ਵਰਤ ਰੱਖਿਆ ਸੀ, ਹੁਣ ਵਰਤ ਖੋਲ੍ਹਣਾ ਹੈ, ਪੀਣ ਵਾਸਤੇ ਪਾਣੀ ਵੀ ਨਹੀਂ ਮਿਲ ਰਿਹਾ ਵਰਤ ਖੋਲ੍ਹਣ ਵਾਸਤੇ। ਭਗਵਾਨ ਕ੍ਰਿਸ਼ਨ ਦੀ ਆਰਾਧਨਾ ਕਰਦਾ ਹੋਇਆ ਚਿਤਵਣੀ ਕਰ ਰਿਹਾ ਸੀ, ਤਾਂ ਕੀ ਵੇਖਦਾ ਹੈ ਵੀ ਇਹਦੇ ਸਾਹਮਣੇ ਇੱਕ ਥਾਲੀ ਆ ਜਾਂਦੀ। ਥਾਲੀ ਦੇ ਵਿੱਚ ਚੌਲ ਪਏ ਹੋਏ ਆ ਤੇ ਦਾਲ ਹੈ। ਇਸ ਤਰ੍ਹਾਂ ਉਹ ਕੱਚਾ ਭੋਜਨ ਇਹਦੇ ਸਾਹਮਣੇ ਆ ਜਾਂਦਾ ਹੈ। ਇਹ ਸਾਧੂ ਲੋਕ ਜਿਹੜੇ ਆ, ਇਹਨੂੰ ਕੱਚਾ ਭੋਜਨ ਕਹਿ ਦਿੰਦੇ। ਉਂਝ ਬਣਿਆ ਹੋਇਆ ਸੀ, ਦਾਲ ਵੀ ਬਣੀ ਹੋਈ, ਚੌਲ ਵੀ ਤਿਆਰ ਹੋਏ, ਰਿੱਝੇ ਹੋਏ। ਉਹ ਥਾਲੀ ਵਿੱਚ ਪਏ, ਉਹ ਭਗਵਾਨ ਕ੍ਰਿਸ਼ਨ ਨੇ ਆਪਣੀ ਕਲਾ ਦੇ ਨਾਲ ਇਹਦੇ ਸਾਹਮਣੇ ਲਿਆ ਰੱਖੇ, ਕਿਉਂਕਿ ਕ੍ਰਿਸ਼ਨ ਦਾ ਉਪਾਸ਼ਕ ਸੀ ਇਹ। ਫਿਰ ਇਹ ਖਿਆਲ ਕਰਦਾ ਹੈ ਵੀ ਮੈਂ ਤਾਂ ਚੌਂਕੇ ਦੇ ਵਿੱਚ ਆਪਣਾ ਭੋਜਨ ਛਕਦਾ ਵਾਂ, ਆਪਣਾ ਚੌਂਕਾ ਬਣਾ ਕਰਕੇ, ਆਪਣੇ ਹੱਥੀਂ ਤਿਆਰ ਕਰਕੇ। ਇਹ ਕੱਚਾ ਭੋਜਨ, ਇਹ ਚੌਲ ਦਾਲ ਮੈਂ ਕਿਵੇਂ ਖਾ ਸਕਦਾ? ਇਸ ਕਰਕੇ ਮੇਰਾ ਨਿਯਮ ਹੈ, ਮੈਂ ਆਪਣੇ ਹੱਥੀਂ ਤਿਆਰ ਕਰਕੇ ਛਕਦਾ। ਵੀ ਜੇ ਪੱਕਾ ਭੋਜਨ ਹੁੰਦਾ ਤਾਂ ਮੈਂ ਛਕ ਲੈਂਦਾ। ਉਹ ਪੱਕਾ ਕਹਿ ਦਿੰਦੇ ਆ ਵੀ ਲੱਡੂ, ਮਠਿਆਈ, ਜਲੇਬ ਆਦਿਕ, ਇਹਨੂੰ ਪੱਕਾ ਭੋਜਨ ਕਹਿ ਦਿੰਦੇ ਆ। ਉਹ ਥੋੜਾ ਹੀ ਸਮਾਂ ਹੋਇਆ ਤੇ ਇੱਕ ਥਾਲੀ ਦੇ ਵਿੱਚ
ਇਹ ਪੱਕਾ ਭੋਜਨ ਆ ਗਿਆ, ਲੱਡੂ ਆਦਿਕ ਪਾਏ, ਉਹ ਥਾਲੀ ਸਾਹਮਣੇ ਆ ਗਈ। ਹੁਣ ਉਹ ਛਕਣ ਦਾ ਤਾਂ ਚੇਤਾ ਭੁੱਲ ਗਿਆ, ਮਨ ਵਿੱਚ ਖਿਆਲ ਇਹ ਆਇਆ ਵੀ ਇਸ ਜੰਗਲ ਦੇ ਵਿੱਚ ਦੂਰ ਦਰੇਡੇ ਤੇ ਇੱਕ ਕੋਈ ਇਨਸਾਨ ਨਹੀਂ ਦਿਸਦਾ, ਤੇ ਮੇਰੇ ਮਨ ਵਿੱਚ ਜੋ ਖਿਆਲ ਪੈਦਾ ਹੁੰਦਾ ਸਾਹਮਣੇ ਮੇਰੇ ਥਾਲੀ ਆ ਜਾਂਦੀ ਆ, ਇਹ ਕੌਣ ਲਿਆ ਕੇ ਦਿੰਦਾ? ਇਹ ਮੇਰੇ ਭਗਵਾਨ ਸ੍ਰੀ ਕ੍ਰਿਸ਼ਨ ਜੀ ਤਾਂ ਨਹੀਂ ਲਿਆ ਕੇ ਦਿੰਦੇ। ਫਿਰ ਬੇਨਤੀਆਂ ਕਰਦਾ ਹੈ ਵੀ ਹੇ ਭਗਵਾਨ ਕ੍ਰਿਸ਼ਨ, ਮੈਨੂੰ ਦਰਸ਼ਨ ਦੇ, ਕਿਰਪਾ ਕਰੋ, ਮੈਨੂੰ ਦਰਸ਼ਨ ਬਖਸ਼ੋ। ਹੁਣ ਮੈਂ ਪੱਕਾ ਭੋਜਨ ਵੀ ਨਹੀਂ ਛਕਣਾ, ਤੁਸੀਂ ਦਰਸ਼ਨ ਦਿਓ। ਫਿਰ ਆਵਾਜ਼ ਆਈ, ਇਹਨੂੰ ਸੁਣਿਆ ਵੀ ਹੁਣ ਤੂੰ ਆਪਣੇ ਪ੍ਰਾਣ ਬਚਾਉਣ ਵਾਸਤੇ ਭੋਜਨ ਛਕ ਲਾ, ਤੇ ਦਰਸ਼ਨ ਸਾਡੇ ਤੈਨੂੰ ਉੱਥੇ ਹੀ ਹੋਣੇ ਆ ਜਿੱਥੋਂ ਤੂੰ ਵਾਪਸ ਮੁੜ ਆਇਆ। ਦਰਸ਼ਨ ਸ੍ਰੀ ਗੋਇੰਦਵਾਲ ਸਾਹਿਬ ਵਿੱਚੋਂ ਹੀ ਹੋਣਗੇ ਜਿੱਥੋਂ ਤੂੰ ਵਾਪਸ ਆ ਗਿਆ ਹੈ। ਹੁਣ ਗੋਇੰਦਵਾਲ ਸਾਹਿਬ ਹੀ ਜਾ ਤੇ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਦਰਸ਼ਨ ਕਰ। ਫਿਰ ਇਹ ਮਾਈ ਦਾਸ ਵੈਸ਼ਨੋ ਇਹ ਫਿਰ ਵਾਪਸ ਸਾਰਾ ਪੈਂਡਾ ਤੈਅ ਕਰਕੇ ਸ੍ਰੀ ਗੋਇੰਦਵਾਲ ਸਾਹਿਬ ਪਹੁੰਚਦਾ। ਇੱਥੇ ਆ ਕੇ ਸਾਰੇ ਵਹਿਮ ਭਰਮ ਛੱਡ ਕੇ ਗੁਰੂ ਕੇ ਲੰਗਰ ਵਿੱਚ ਬੈਠ ਕੇ ਪ੍ਰਸ਼ਾਦਾ ਛਕਦਾ ਹੈ ਵੀ ਹੁਣ ਮੈਂ ਪ੍ਰਸ਼ਾਦਾ ਵੀ ਛਕਾਂਗਾ ਗੁਰੂ ਕੇ ਲੰਗਰ ਦੇ ਵਿੱਚੋਂ, ਕਿਉਂਕਿ ਮਹਾਰਾਜ ਦੇ ਦਰਸ਼ਨ ਕਰਨੇ ਆ, ਫਿਰ ਸੰਗਤ ਵਿੱਚ ਜਾ ਕੇ ਦਰਸ਼ਨ ਕਰਾਂਗਾ। ਪ੍ਰਸ਼ਾਦਾ ਛਕਣ ਤੋਂ ਬਾਅਦ ਗੁਰੂ ਕੇ ਦਰਬਾਰ ਵਿੱਚ ਗਿਆ, ਬਹੁਤ ਭਾਵਨਾ ਦੇ ਨਾਲ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ। ਜਦੋਂ ਸਤਿਗੁਰੂ ਜੀ ਦੇ ਸਾਹਮਣੇ ਗਿਆ ਤੇ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਨੇ ਆਪਣੀ ਕਲਾ ਵਰਤਾਈ, ਐਸੇ ਸਰੂਪ ਦੇ ਇਹਨੂੰ ਦਰਸ਼ਨ ਵਿਖਾਏ ਕਿ ਮਹਾਰਾਜ ਦੇ 1000 ਨੇਤਰ ਦਿਸੇ, ਇਸ ਨੂੰ 1000 ਸੀਸ ਦਿਸੇ, ਹਜ਼ਾਰਾਂ ਬਾਹਾਂ ਦਿਸੀਆਂ। ਐਸਾ ਵੈਰਾਟ ਸਰੂਪ ਆਪਣਾ ਮਹਾਰਾਜ ਸਾਹਿਬ ਜੀ ਨੇ ਮਾਇਆ ਸਬਲ ਸਰੂਪ ਜਿਹੜਾ ਸੀ ਨਾ, ਉਹਦੇ ਦਰਸ਼ਨ ਕਰਵਾਏ ਸੀ ਅਭਿਆਗਤ। ਇਹ ਵੇਂਦਾ ਵੇਂਦਾ ਮੂਰਛਾ ਹੋ ਕਰਕੇ ਬੇਹੋਸ਼ ਹੋ ਕੇ ਡਿੱਗ ਪਿਆ। ਉਹ ਸਰੂਪ ਝੱਲਿਆ ਨਾ ਗਿਆ, ਐਸਾ ਤੇਜ ਪ੍ਰਤਾਪ। ਫਿਰ ਮਹਾਰਾਜ ਸਾਹਿਬ ਜੀ ਆਪਣੇ ਆਸਣ ਤੋਂ ਉੱਠਦੇ ਆ, ਉੱਠ ਕੇ ਆਪਣੇ ਚਰਨਾਂ ਦੀ ਛੋਹ ਦਿੰਦੇ, ਇਸ ਨੂੰ ਚਰਨਾਂ ਦੀ ਛੋਹ ਦੇ ਕਰਕੇ ਤੇ ਗਰੀਬ ਨਵਾਜ ਸਾਹਿਬ ਜੀ ਇਸ ਨੂੰ ਉਠਾਉਂਦੇ ਆ। ਇਹ ਉੱਠ ਕੇ ਬੈਠਦਾ ਇੱਥੇ। ਫਿਰ ਮਹਾਰਾਜ ਗੁਰੂ ਅਮਰਦਾਸ ਸਾਹਿਬ ਜੀ ਦੇ ਉਹ ਪਹਿਲੇ ਸਰੂਪ ਦੇ ਦਰਸ਼ਨ ਹੋਏ। ਬਜ਼ੁਰਗ ਸਰੀਰ ਹੈ ਮਹਾਰਾਜ ਸਾਹਿਬ ਜੀ ਦਾ, ਚਿੱਟਾ ਦਾੜਾ ਹੈ, ਤੇ ਸਤਿਗੁਰੂ ਜੀ ਆਪਣੇ ਸਿੰਘਾਸਣ ਤੇ ਸੋਭਨੀਕ ਬੈਠੇ ਆ। ਫਿਰ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਦਰਸ਼ਨ ਪਹਿਲਾਂ ਵੈਰਾਟ ਸਰੂਪ ਦੇ ਕਰਕੇ, ਫਿਰ ਇਹ ਦੂਸਰੇ ਸਰੂਪ ਦੇ ਸਾਹਮਣੇ ਦਰਸ਼ਨ ਕਰਕੇ ਇਹਦੇ ਮਨ ਦੇ ਜਿੰਨੇ ਸੰਸ਼ੇ ਸੀ ਸਾਰੇ ਦੂਰ ਹੋ ਗਏ, ਸਾਰੇ ਭਰਮ ਭੁਲੇਖੇ ਦੂਰ ਹੋ ਗਏ। ਮਹਾਰਾਜ ਦੇ ਚਰਨਾਂ ਤੇ ਨਮਸਕਾਰ ਕੀਤੀ ਤਾਂ ਉਸ ਵੇਲੇ ਇਸ ਮਾਈ ਦਾਸ ਜੋ ਬੈਰਾਗੀ ਹੈ, ਜੋ ਵੈਸ਼ਨੂ ਹੈ, ਇਸ ਨੂੰ ਮਹਾਰਾਜ ਸਾਹਿਬ ਜੀ ਨੇ ਉਪਦੇਸ਼ ਦਿੰਦੇ ਹੋਇਆ ਸਾਧ ਸੰਗਤ ਜੀ ਇਹ ਪਾਵਨ ਸ਼ਲੋਕ ਉਚਾਰਨ ਕੀਤੇ, ਦੱਸਿਆ ਵੀ ਅਭਿਆਗਤ ਕਿਹਨੂੰ ਕਿਹਾ ਜਾਂਦਾ। ਫਿਰ ਜੋ 22 ਮੰਜੀਆਂ ਮਹਾਰਾਜ ਸਾਹਿਬ ਜੀ ਨੇ ਸਿੱਖਾਂ ਨੂੰ ਦਿੱਤੀਆਂ ਨਾ, ਸਿੱਖੀ ਦੇ ਪ੍ਰਚਾਰ ਵਾਸਤੇ 22 ਕਥਾਵਾਚਕ ਥਾਪੇ ਮਹਾਰਾਜ ਸਾਹਿਬ ਜੀ ਨੇ, 22 ਪ੍ਰਚਾਰਕ। ਉਹਨਾਂ 22 ਮੰਜੀਆਂ ਦੇ ਵਿੱਚੋਂ ਇੱਕ ਮੰਜੀ ਇਸ ਮਾਈ ਦਾਸ ਨੂੰ ਵੀ ਪ੍ਰਾਪਤ ਹੋਈ। ਇਹ ਮਾਈ ਦਾਸ ਨੂੰ ਆਪਣਾ ਮਹਾਰਾਜ ਸਾਹਿਬ ਜੀ ਨੇ ਸਿੱਖ ਬਣਾ ਕੇ ਇੱਕ ਸਿੱਖੀ ਦੇ ਪ੍ਰਚਾਰ ਪ੍ਰਸਾਰ ਵਾਸਤੇ ਮੰਜੀ ਬਖਸ਼ਿਸ਼ ਕੀਤੀ। 22 ਮੰਜੀਦਾਰਾਂ ਵਿੱਚੋਂ ਇੱਕ ਇਹ ਵੀ ਮੰਜੀਦਾਰ ਹੋਇਆ ਗੁਰੂ ਕਾ ਪਿਆਰਾ। ਤਾਂ ਉਸ ਦੇ ਪ੍ਰਥਾਏ ਇਹ ਸ਼ਲੋਕ ਮਹਾਰਾਜ ਨੇ ਉਚਾਰਨ ਕੀਤੇ ਜੋ ਅੱਜ ਸਤਿਗੁਰੂ ਜੀ ਬਖਸ਼ਿਸ਼ ਕਰ ਰਹੇ ਹਨ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹਲਾ ਤੀਜਾ। ਤੀਜੇ ਪਾਤਸ਼ਾਹ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਸ਼ਲੋਕ ਉਚਾਰਨ ਕਰਦੇ ਹਨ। ਅਭਿਆਗਤ ਇਹ ਨਾ ਆਖੀਐਨ। ਅਭਿਆਗਤ ਇਹ ਨਾ ਆਖੀਐਨ। ਗਰੀਬ ਨਵਾਜ ਸਾਹਿਬ ਕਹਿੰਦੇ ਵੀ ਅਭਿਆਗਤ ਇਸ ਨੂੰ ਨਹੀਂ ਆਖਿਆ ਜਾ ਸਕਦਾ। ਅਭਿਆਗਤ ਹੁੰਦਾ ਹੈ ਵੀ ਅਬ ਨਾਮ ਹੈ ਹਿਰਦੇ ਦਾ, ਆਗਤ ਨਾਮ ਹੈ ਆਪਣੇ ਹਿਰਦੇ ਦੀ ਇੱਛਾ ਦੇ ਅਨੁਸਾਰ ਜਿਹੜਾ ਆਉਣ ਵਾਲਾ।
ਜਿਹਨੂੰ ਸੱਦਿਆ ਨਾ ਜਾਵੇ, ਜਿਹਨੂੰ ਸੁਨੇਹਾ ਨਾ ਘੱਲਿਆ ਜਾਵੇ, ਜਿਸ ਨੂੰ ਨਿਉਂਦਾ ਨਾ ਦਿੱਤਾ ਜਾਵੇ, ਜਿਹੜਾ ਆਪਣੇ ਹਿਰਦੇ ਦੀ ਇੱਛਾ ਮੁਤਾਬਕ ਜਦੋਂ ਉਹਦਾ ਜੀ ਕਰੇ ਉਹ ਆ ਜਾਵੇ, ਉਹਨੂੰ ਆਖਿਆ ਹੈ ਅਭਿਆਗਤ ਜਾਂ ਅਤਿਥੀ ਵੀ ਆਖਿਆ ਜਾਂਦਾ ਹੈ। ਜਿਹੜਾ ਥਿਤ ਦੱਸ ਕੇ ਨਾ ਆਵੇ, ਤਰੀਕ ਦੱਸ ਕੇ ਨਾ ਆਵੇ, ਕਿਉਂਕਿ ਕੋਈ ਸੱਜਣ, ਕੋਈ ਮਿੱਤਰ, ਕੋਈ ਰਿਸ਼ਤੇਦਾਰ, ਕੋਈ ਭੈਣ ਭਾਈ, ਕਿਸੇ ਸੰਬੰਧੀ ਨੇ ਆਉਣਾ ਹੋਵੇ ਤੇ ਉਹ ਪਹਿਲਾਂ ਦੱਸਦਾ ਹੈ ਵੀ ਮੈਂ ਇਸ ਤਰੀਕ ਨੂੰ ਆਵਾਂਗਾ। ਪਰ ਜਿਹੜਾ ਅਭਿਆਗਤ ਹੈ ਉਹ ਦੱਸ ਕੇ ਨਹੀਂ ਆਉਂਦਾ। ਕਈਆਂ ਨੇ ਲੋੜਵੰਦ ਵੀ ਅਰਥ ਕੀਤਾ ਹੈ ਵੀ ਲੋੜਵੰਦ, ਪਰ ਅਭਿਆਗਤ ਦਾ ਅਰਥ ਹੈ ਉਹ ਸਾਧੂ ਜੋ ਆਪਣੇ ਹਿਰਦੇ ਦੀ ਇੱਛਾ ਦੇ ਅਨੁਸਾਰ ਵਰਤਦਾ ਹੈ, ਆਉਂਦਾ ਹੈ। ਮਹਾਰਾਜ ਸਾਹਿਬ ਜੀ ਕਹਿੰਦੇ ਵੀ ਅਭਿਆਗਤ ਇਹ ਨਾ ਆਖੀਏ। ਐਸਾ ਜਿਹੜਾ ਹੈ ਨਾ, ਅੱਗੇ ਅੱਧੀ ਪੰਕਤੀ 'ਚ ਦੱਸਣਗੇ ਵੀ ਕੈਸਾ ਅਭਿਆਗਤ, ਇਸ ਨੂੰ ਨਹੀਂ ਆਖਿਆ ਜਾ ਸਕਦਾ ਹੈ, ਇਹ ਸਾਧੂ ਨਹੀਂ ਅਖਵਾ ਸਕਦਾ। ਜਿਨ ਕੇ ਚਿਤ ਮਹਿ ਭਰਮ, ਜਿਨ੍ਹਾਂ ਦੇ ਚਿੱਤ ਦੇ ਵਿੱਚ ਭਰਮ ਹੈ, ਜਿਸ ਦੇ ਚਿੱਤ ਵਿੱਚ ਭਰਮ ਹੈ, ਭੁਲੇਖਾ ਹੈ, ਮਹਾਰਾਜ ਕਹਿੰਦੇ ਵੀ ਉਹ ਅਭਿਆਗਤ ਨਹੀਂ ਬਣ ਸਕਦਾ। ਉਸ ਨੂੰ ਅਭਿਆਗਤ ਨਹੀਂ ਕਿਹਾ ਜਾ ਸਕਦਾ, ਉਹ ਸਾਧੂ ਨਹੀਂ ਅਖਵਾ ਸਕਦਾ। ਵੀ ਛਕਣ ਛਕਾਉਣ ਦੇ ਸੰਬੰਧ ਦੇ ਵਿੱਚ ਜਿਹਦੇ ਚਿੱਤ ਦੇ ਵਿੱਚ ਭਰਮ ਪਿਆ ਹੋਇਆ, ਆਪਣੇ ਆਪ ਨੂੰ ਉੱਚਾ ਸਮਝਦਾ ਹੈ, ਸੁੱਚਾ ਸਮਝਦਾ ਹੈ, ਵੱਡੀ ਜਾਤੀ ਵਾਲਾ ਸਮਝਦਾ ਹੈ, ਤੇ ਦੂਸਰਿਆਂ ਨੂੰ ਨੀਵਾਂ ਹੀ ਦੱਸਦਾ ਹੈ, ਚਿੱਤ ਵਿੱਚ ਇੱਕ ਭਰਮ ਪਿਆ ਹੋਇਆ ਹੈ, ਉਹ ਅਭਿਆਗਤ ਨਹੀਂ ਬਣ ਸਕਦਾ। ਗੁਰੂ ਕੇ ਲੰਗਰ ਦੇ ਵਿੱਚ ਤਾਂ ਸਾਰੀ ਜੋ ਵੀ ਲੰਗਰ ਦੀ ਸੇਵਾ ਹੈ ਉਹ ਸਾਰੀ ਸੁਚਮਤਾ ਦੇ ਨਾਲ ਹੀ ਕੀਤੀ ਜਾਂਦੀ, ਮਰਿਆਦਾ ਦੇ ਨਾਲ ਹੀ ਕੀਤੀ ਜਾਂਦੀ ਹੈ ਸਾਧ ਸੰਗਤ। ਕਿਉਂਕਿ ਗੁਰੂ ਕੇ ਲੰਗਰ ਜਿੰਨੀ ਸੁਚਮਤਾ ਕਿੱਥੇ ਹੋ ਸਕਦੀ ਹੈ, ਜਿੱਥੇ ਸਾਰੇ ਭਾਂਡੇ ਜਿਹੜੇ ਹਨ ਉਹ ਚੰਗੀ ਤਰ੍ਹਾਂ ਮਾਂਜੇ ਜਾਂਦੇ, ਫਿਰ ਬੜੀ ਭਾਵਨਾ ਦੇ ਨਾਲ ਪ੍ਰਸ਼ਾਦਾ ਪਾਣੀ ਤਿਆਰ ਕੀਤਾ ਜਾਂਦਾ। ਤਿਆਰ ਕਰਨ ਵਾਲੇ ਵੀ ਬੜੇ ਪ੍ਰੇਮ ਦੇ ਨਾਲ ਨਾਮ ਜਪਦਿਆਂ ਹੋਇਆਂ ਤਿਆਰ ਕਰਦੇ ਹਨ। ਝੂਠਾ ਹੱਥ ਨਹੀਂ ਲਾਇਆ ਜਾਂਦਾ ਕਿਤੇ, ਕੋਈ ਹੱਥ ਕੋਈ ਝੂਠਾ ਹੋ ਜਾਵੇ ਤੇ ਜਲ ਵਰਤ ਕਰਕੇ ਫਿਰ ਲਾਇਆ ਜਾਂਦਾ ਹੈ। ਜਿੰਨਾ ਚਿਰ ਲੰਗਰ ਤਿਆਰ ਹੋ ਕਰਕੇ ਫਿਰ ਮਹਾਰਾਜ ਦੀ ਅਰਦਾਸ ਬੇਨਤੀ ਕਰਕੇ ਫਿਰ ਵਰਤਾਇਆ ਜਾਂਦਾ। ਐਸੀ ਭਾਵਨਾ ਗੁਰਸਿੱਖ ਸੰਗਤਾਂ ਰੱਖਦੀਆਂ। ਕਿਰਪਾਨ ਭੇਟ ਕੀਤੀ ਜਾਂਦੀ, ਜਦੋਂ ਤੋਂ ਕਿਰਪਾਨ ਭੇਟ ਦੀ ਮਰਿਆਦਾ ਚੱਲੀ ਹੈ, ਦਸਮ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਬਖਸ਼ਿਸ਼ ਕੀਤੀ। ਤੋ ਇਸ ਕਰਕੇ ਸੱਚ ਤੇ ਸੁੱਚ ਇਹ ਤਾਂ ਗੁਰੂ ਘਰ ਦੀ ਮਰਿਆਦਾ ਹੈ, ਪਰ ਸੁਚਮਤਾ ਦੇ ਨਾਂ ਦੇ ਉੱਤੇ ਜਿਹੜਾ ਭਰਮ ਪਾਲਣਾ ਹੈ, ਪਖੰਡ ਕਰਨਾ ਹੈ, ਉਹ ਨਹੀਂ ਹੈ ਗੁਰੂ ਘਰ ਦੇ ਵਿੱਚ। ਇਹ ਮਾਈ ਦਾਸ ਇਸ ਤਰ੍ਹਾਂ ਕਰਦਾ ਸੀ। ਮਹਾਰਾਜ ਸਾਹਿਬ ਕਹਿੰਦੇ ਅਭਿਆਗਤ ਇਸ ਨੂੰ ਨਹੀਂ ਕਿਹਾ ਜਾ ਸਕਦਾ, ਇਹ ਸਾਧੂ ਨਹੀਂ ਅਖਵਾ ਸਕਦਾ ਹੈ, ਜਿਸ ਦੇ ਚਿੱਤ ਦੇ ਵਿੱਚ ਭਰਮ ਹੈ, ਭੁਲੇਖਾ ਹੈ। ਇਸ ਦਾ ਦਿੱਤਾ ਨਾਨਕ, ਫਿਰ ਐਸੇ ਅਭਿਆਗਤ ਨੂੰ ਜੋ ਕੋਈ ਦਾਨ ਪੁੰਨ ਕਰਨਾ ਹੈ, ਜੋ ਕੋਈ ਪ੍ਰਸ਼ਾਦਾ ਛਕਾਉਣਾ ਹੈ, ਉਸ ਨੂੰ ਜੋ ਦਿੱਤਾ ਜਾਣਾ ਹੈ, ਉਸ ਦੇਣ ਦੇ ਕਰਕੇ ਇਹੋ ਜਿਹਾ ਧਰਮ, ਮਹਾਰਾਜ ਕਹਿੰਦੇ ਉਹੋ ਜਿਹਾ ਹੀ ਫਿਰ ਧਰਮ ਪੁੰਨ ਮਿਲਣਾ ਹੈ ਨਾ। ਜਿਸ ਤਰ੍ਹਾਂ ਦਾ ਉਹ ਹੈ ਅਭਿਆਗਤ ਸਾਧੂ ਅਖਵਾਉਣ ਵਾਲਾ, ਉਹ ਤਾਂ ਪਖੰਡੀ ਹੈ, ਉਹ ਤਾਂ ਵਹਿਮੀ ਭਰਮੀ ਹੈ, ਤੇ ਉਸ ਨੂੰ ਦੇਣ ਦਾ ਫਿਰ ਪੁੰਨ ਵੀ ਉਹੋ ਜਿਹਾ ਹੀ ਲੱਗਣਾ ਨਾ। ਜਿਸ ਤਰ੍ਹਾਂ ਦਾ ਉਹ ਆਪ ਹੈ ਉਸ ਤਰ੍ਹਾਂ ਦਾ ਹੀ ਉਹਦਾ ਪੁੰਨ ਮਿਲਣਾ ਹੈ। ਪੁੰਨ ਫਿਰ ਕਾਹਦਾ ਮਿਲਣਾ ਹੈ? ਕਿਉਂਕਿ ਉਹ ਆਪ ਭਰਮ ਦੇ ਵਿੱਚ ਫਸਿਆ ਹੋਇਆ ਹੈ, ਤੇ ਫਿਰ ਉਹਨੂੰ ਛਕਾਉਣ ਦੇ ਨਾਲ ਛਕਾਉਣ ਵਾਲਾ ਵੀ ਭਰਮ ਦੇ ਵਿੱਚ ਹੀ ਪਵੇਗਾ। ਤਿਸ ਦਾ ਦਿੱਤਾ ਨਾਨਕਾ, ਤਿਸ ਐਸੇ ਅਭਿਆਗਤ ਨੂੰ ਜੋ ਕੋਈ ਭੋਜਨ ਦੇਣਾ ਹੈ, ਉਹ ਦੇਣ ਕਰਕੇ ਮਹਾਰਾਜ ਕਹਿੰਦੇ ਤੇ ਉਹੋ ਜਿਹਾ ਧਰਮ, ਉਹੋ ਜਿਹਾ ਹੀ ਧਰਮ ਪ੍ਰਾਪਤ ਹੋਣਾ, ਉਹੋ ਜਿਹਾ ਹੀ ਪੁੰਨ ਫਲ ਮਿਲਣਾ ਹੈ। ਕਿਉਂਕਿ ਜੇ ਅੱਗੇ ਸ਼ੁਭ ਜੀਵਨ ਵਾਲਾ ਹੈ, ਉੱਚੇ ਜੀਵਨ ਵਾਲਾ ਹੈ, ਉਸ ਨੂੰ ਛਕਾਉਣ ਦਾ ਵੀ ਪੁੰਨ ਮਿਲਦਾ ਹੈ।
ਤੇ ਜਿਹਦਾ ਜੀਵਨ ਹੀ ਨਹੀਂ ਹੈ ਉੱਚਾ, ਜਿਹੜਾ ਆਪ ਹੀ ਵਹਿਮ ਭਰਮ ਦੇ ਵਿੱਚ ਪਿਆ ਹੋਇਆ ਹੈ, ਤੇ ਉਹਨੂੰ ਛਕਾਉਣ ਦਾ ਧਰਮ ਕੀ ਮਿਲਣਾ, ਪੁੰਨ ਕੀ ਮਿਲਣਾ, ਉਹੋ ਜਿਹਾ ਹੀ ਹੈ, ਭਰਮ ਦੇ ਵਿੱਚ ਹੀ ਪਵੇਗਾ। ਐਸੇ ਹੀ ਪਖੰਡੀ ਅਭਿਆਗਤ ਦੀ ਸਾਖੀ ਆਉਂਦੀ ਹੈ ਵੀ ਇੱਕ ਮਾਈ ਨੇ ਕਿਤੋਂ ਸੁਣਿਆ ਵੀ ਜੇ ਅਭਿਆਗਤ ਨੂੰ, ਸਾਧੂ ਨੂੰ ਭੋਜਨ ਛਕਾਈਏ, ਲੰਗਰ ਛਕਾਈਏ, ਤੇ ਫਿਰ ਸਵਰਗ ਵਿੱਚ ਲਿਜਾਣ ਵਾਸਤੇ ਵਿਵਾਨ ਆਉਂਦੇ ਆ, ਵਿਵਾਨ ਆ ਜਾਂਦੇ ਆ ਤੇ ਸਵਰਗ ਵਿੱਚ ਲੈ ਜਾਂਦੇ ਆ, ਸਵਰਗ ਵਿੱਚ ਚਲੇ ਜਾਈਦਾ। ਉਹਨੇ ਖਿਆਲ ਕੀਤਾ ਵੀ ਚਲੋ ਕਿਸੇ ਅਭਿਆਗਤ ਨੂੰ, ਕਿਸੇ ਸਾਧੂ ਨੂੰ ਭੋਜਨ ਛਕਾਈਏ ਘਰੇ ਸੱਦ ਕੇ। ਉਹ ਚਲੇ ਗਈ ਲੈਣ ਵਾਸਤੇ, ਤੇ ਲੈ ਆਂਦਾ, ਜਿਸ ਨੂੰ ਲੈ ਕੇ ਆਂਦਾ ਉਹ ਪਖੰਡੀ ਸੀਗਾ। ਉਸਨੇ ਲਿਬਾਸ ਧਾਰਨ ਕੀਤਾ ਹੋਇਆ ਅਭਿਆਗਤ ਵਾਲਾ, ਸਾਧੂਆਂ ਵਾਲਾ, ਪਰ ਸਾਧੂ ਹੈ ਨਹੀਂ ਸੀ। ਸਾਧੂ ਦੇ ਲਿਬਾਸ ਵਿੱਚ ਪਖੰਡੀ, ਲਾਲਚੀ, ਅੰਦਰ ਲਾਲਚ ਸੀ, ਬਾਹਰ ਸਾਧੂ ਵਾਲਾ ਲਿਬਾਸ। ਉਹ ਘਰੇ ਲੈ ਆਈ, ਆਖਿਆ ਵੀ ਅਭਿਆਗਤ ਜੀ ਇੱਥੇ ਬੈਠੋ ਤੇ ਮੈਂ ਤੁਹਾਡੇ ਵਾਸਤੇ ਪ੍ਰਸ਼ਾਦਾ ਤਿਆਰ ਕਰਦੀ। ਤੇ ਪ੍ਰਸ਼ਾਦਾ ਤਿਆਰ ਕੀਤਾ, ਉਹ ਛੋਲਿਆਂ ਦੇ ਆਟੇ ਦੇ ਮਿੱਸੇ ਪ੍ਰਸ਼ਾਦੇ ਤਿਆਰ ਕਰਕੇ ਉਹ ਅਭਿਆਗਤ ਦੇ ਅੱਗੇ ਰੱਖ ਦਿੱਤੇ, ਤੇ ਆਪ ਕੋਠੇ ਤੇ ਚੜ੍ਹ ਗਈ ਪ੍ਰਸ਼ਾਦੇ ਅੱਗੇ ਰੱਖ ਕੇ। ਉਹ ਛਕਣ ਲੱਗਾ। ਹੁਣ ਸੁੱਕੀਆਂ ਜੀਆਂ ਰੋਟੀਆਂ, ਨਾ ਗਾਂਹ ਜਾਣ ਨਾ ਪਿਛਾਂਹ ਆਉਣ, ਨਾ ਪਾਣੀ ਰੱਖ ਕੇ ਗਈ ਨਾਲ ਮਾਈ। ਤੇ ਉਹ ਵੀ ਸੰਤੋਖੀ ਨਹੀਂ ਸੀ ਵੀ ਜਿਸ ਤਰ੍ਹਾਂ ਦਾ ਮਿਲਿਆ ਵਾ। ਹੁਣ ਬਾਬੇ ਫਰੀਦ ਸਾਹਿਬ ਵਰਗਾ ਥੋੜਾ ਸੀ ਕਿਤੇ ਉਹ ਵੀ ਆਖੇ ਵੀ ਫਰੀਦਾ ਰੁੱਖੀ ਸੁੱਖੀ ਖਾਏ ਕਿ ਠੰਡਾ ਪਾਣੀ ਪੀਓ, ਵੀ ਜਿਹੋ ਜੀ ਰੁੱਖੀ ਸੁੱਖੀ ਮਿਲੀ ਚਲੋ ਛਕ ਲਈਏ। ਉਹ ਵੀ ਚੰਗੀਆਂ ਚੋਪੜੀਆਂ ਖਾਣੀਆਂ ਚਾਹੁੰਦਾ ਸੀ, ਲਾਲਚੀ ਸੀ। ਤੇ ਮਾਈ ਦੇ ਘਰ ਵਿੱਚ ਹੈ ਵੀ ਸਭ ਕੁਝ ਸੀ। ਘਰ ਦੇ ਵਿੱਚ ਨਾ ਕਾੜਨੀ ਦੇ ਵਿੱਚ ਦੁੱਧ ਵੀ ਪਿਆ ਸੀ, ਕੱਢਦਾ ਇੱਕ ਪਾਸੇ ਮਲਾਈ ਉੱਤੇ ਆਈ ਹੋਈ, ਮੱਖਣ ਵੀ ਪਿਆ ਸੀ ਘਰ ਦੇ ਵਿੱਚ, ਸਾਰਾ ਕੁਝ ਹੁੰਦਿਆਂ ਉਹਨੇ ਰੁੱਖੀਆਂ ਰੋਟੀਆਂ ਖਵਾਈਆਂ। ਤੇ ਮਾਈ ਨੇ ਆਪ ਵੀ, ਮਾਈ ਚੋਰੀ ਵੀ ਕਰਨ ਵਾਲੀ ਸੀ, ਗੁਆਂਢੀਆਂ ਦੇ ਘਰੋਂ ਚੋਰੀ ਵੀ ਕਰਕੇ ਲਿਆਈ ਸੀ। ਕਹਿੰਦੇ ਗੁਆਂਢੀਆਂ ਦਾ ਛੰਨਾ ਚੁੱਕ ਲਿਆਈ ਸੀ। ਉਹ ਕੋਠੇ ਤੇ ਚੜ੍ਹੀ ਹੈ ਤੇ ਉਹ ਅਭਿਆਗਤ ਥੱਲਿਓਂ ਮੰਜੇ ਤੇ ਆਵਾਜ਼ਾਂ ਮਾਰਦਾ ਵੀ ਮਾਈ ਹੇਠਾਂ ਆ ਜਾ, ਕੋਈ ਪਾਣੀ ਲਿਆ ਦੇ, ਤੂੰ ਕੋਠੇ ਤੇ ਚੜ੍ਹ ਗਈ ਆ। ਕਹਿੰਦੀ ਖਲੋ ਜਾ ਸਾਧੂਆ, ਹੋਣੀ ਆ। ਮਾਈ ਕੀ ਕਰਦੀ ਉੱਤੇ ਖਲੋਤੀ? ਉਹ ਅੱਖਾਂ ਦੇ ਅੱਗੇ ਹੱਥ ਰੱਖ ਕੇ ਵੇਖੇ, ਕਦੀ ਇੱਧਰ ਕਦੀ ਉੱਧਰ। ਉਹ ਸਾਧ ਕਹਿੰਦਾ ਵੀ ਕੀ ਵੇਖਦੀ ਮਾਈ? ਕਹਿੰਦੀ ਮੈਂ ਵੇਖਦੀ ਆ ਵੀ ਵਿਵਾਨ ਕਿਹੜੇ ਪਾਸਿਓਂ ਆਉਂਦੇ ਆ। ਵੀ ਮੈਂ ਸੁਣਿਆ ਸੀਗਾ ਕਥਾ ਦੇ ਵਿੱਚ ਵੀ ਅਭਿਆਗਤ ਨੂੰ ਪ੍ਰਸ਼ਾਦਾ ਛਕਾਈਏ ਤੇ ਵਿਵਾਨ ਲੈਣ ਵਾਸਤੇ ਆਉਂਦੇ, ਵਿਵਾਨ ਤੇ ਚੜ੍ਹ ਕੇ ਸਵਰਗ ਨੂੰ ਚਲ ਜਾਈਦਾ। ਤੇ ਮੈਂ ਉਡੀਕਣ ਡਈ ਆ ਵੀ ਵਿਵਾਨ ਕਿਹੜੇ ਪਾਸਿਓਂ ਆਉਂਦੇ ਆ। ਉਹਨੇ ਕਿਹਾ ਮਾਈ ਠੀਕ ਆ, ਤੇਰੇ ਵਰਗੀ ਵਾਸਤੇ ਹੀ ਵਿਵਾਨ ਆਉਣੇ ਆ, ਜਾਂ ਮੇਰੇ ਵਰਗੇ ਵਾਸਤੇ ਆਉਣੇ ਆ ਵਿਵਾਨ। ਤੇ ਤੇਰੇ ਵਰਗੀ ਛਕਾਉਣ ਵਾਲੀ ਹੋਵੇ ਤੇ ਮੇਰੇ ਵਰਗਾ ਛਕਣ ਵਾਲਾ ਹੋਵੇ, ਤੇ ਦੋਵੇਂ ਵਿਵਾਨ ਤੇ ਚੜ੍ਹ ਕੇ ਚਲੇ ਜਾਣਗੇ ਸਵਰਗਾਂ ਨੂੰ। ਉਹ ਮਾਈ ਉੱਤੇ ਵੇਂਦੀ ਰਹੀ ਵਿਵਾਨ। ਉਹ ਫਿਰ ਸਾਧੂ ਆਪੇ ਫਰਮ ਪਿਆ, ਉਹਨੇ ਕਾੜਨੀ ਵਿੱਚੋਂ ਦੁੱਧ ਕੱਢਿਆ, ਸਣੇ ਮਲਾਈਆਂ ਕੱਢ ਕੇ ਮਲਾਈ ਵੀ ਛਕ ਲਈ, ਮੱਖਣ ਉੱਥੇ ਪਿਆ ਸੀ ਉਹ ਵੀ ਚੁੱਕ ਕੇ ਲੈ ਆਂਦਾ, ਨਾਲ ਉਹ ਪ੍ਰਸ਼ਾਦੇ ਛਕ ਲਏ, ਨਾਲ ਮੱਖਣ ਛਕ ਲਿਆ, ਨਾਲ ਮਲਾਈ, ਤੇ ਨਾਲ ਹੀ ਦੁੱਧ ਛਕ ਲਿਆ ਆਪੇ ਹੀ ਸਾਰਾ। ਉਹ ਮਾਈ ਥੱਲੇ ਆਈ। ਉਹਨੇ ਕਿਹਾ ਵੀ ਮਾਈ ਤੂੰ ਵਿਵਾਨ ਵੇਂਦੀ ਫਿਰਦੀ ਉੱਤੇ ਕੋਠੇ ਤੇ ਚੜ੍ਹ ਕੇ, ਤੇਰੇ ਵਰਗੀ ਛਕਾਉਣ ਵਾਲੀ ਹੋਵੇ ਤੇ ਮੇਰੇ ਵਰਗਾ ਲਾਲਚੀ ਛਕਣ ਵਾਲਾ ਹੋਵੇ, ਤੇ ਫਿਰ ਵਿਵਾਨ ਤੇ ਚੜ੍ਹ ਕੇ ਹੀ ਜਾਣਗੇ। ਪਾਪ ਪਖੰਡੀ ਛਕਾਉਣ ਵਾਲਾ ਵੀ ਜੇ ਭਾਵਨਾ ਵਾਲਾ ਹੋਵੇ ਤੇ ਛਕਣ ਵਾਲਾ ਵੀ ਉੱਚੇ ਜੀਵਨ ਵਾਲਾ ਹੋਵੇ, ਉੱਥੇ ਤੇ ਕੋਈ ਖੇਡ ਬਣਦੀ ਹੈ। ਉੱਥੇ ਫਿਰ ਲਿਖਿਆ ਸਾਖੀਕਾਰਾਂ ਨੇ, ਐਰਨ ਦੀ ਚੋਰੀ ਕਰੇ ਸੂਈ ਕਰਦੀ ਦਾਨ, ਕੋਠੇ ਚੜ੍ਹ ਕੇ ਵੇਖਦੀ ਕਿਧਰੋਂ ਆਉਣ ਵਿਵਾਨ। ਵੀ ਸੂਈ ਜਿੰਨਾ ਦਾਨ ਕੀਤਾ, ਚੋਰੀ ਐਰਨ ਜਿੰਨੀ ਕੀਤੀ। ਹੁਣ ਪਹਿਲੀ ਗੱਲ ਤੇ ਚੋਰੀ ਕਰਕੇ ਜਿਹੜਾ ਦਾਨ ਕੀਤਾ ਜਾਂਦਾ, ਉਹ ਦਾਨ ਦਾ ਕੋਈ ਪੁੰਨ ਫਲ ਨਹੀਂ ਮਿਲਦਾ। ਦਾਨ ਉਸੇ ਦਾ ਹੀ ਪੁੰਨ ਫਲ ਮਿਲਦਾ ਵਾ ਜਿਹੜਾ ਧਰਮ ਦੀ ਕਿਰਤ ਕਰਕੇ
ਹੱਕ ਸੱਚ ਦੀ ਕਮਾਈ ਵਿੱਚੋਂ ਕਿਸੇ ਨੂੰ ਕੁਝ ਛਕਾਇਆ ਜਾਵੇ, ਕੋਈ ਦਾਨ ਕੀਤਾ ਜਾਵੇ, ਕੋਈ ਪੁੰਨ ਕੀਤਾ ਜਾਵੇ, ਉਹਦਾ ਤੇ ਫਲ ਮਿਲਦਾ। ਤੇ ਜੇ ਮਲਕ ਭਾਗੋ ਵਾਂਗੂ ਇੱਕ ਸਾਲ ਲੋਕਾਂ ਨੂੰ ਲੁੱਟਦਾ ਰਵੇ ਤੇ ਸਾਲ ਬਾਅਦ ਇੱਕ ਲੰਗਰ ਲਾ ਦੇਵੇ, ਉਹਦਾ ਕੋਈ ਫਲ ਨਹੀਂ ਮਿਲਦਾ। ਉਹ ਫਿਰ ਮਹਾਰਾਜ ਨੇ ਆਖਿਆ ਸੀ ਵੀ ਤੂੰ ਇੱਕ ਸਾਲ ਤੇ ਲੋਕਾਂ ਨੂੰ ਲੁੱਟਦਾ ਰਹਿਣਾ, ਸਾਰੇ ਇਲਾਕੇ ਨੂੰ, ਸਾਰੀ ਗਰੀਬ ਜਨਤਾ ਨੂੰ ਉਹਨਾਂ ਦਾ ਖੂਨ ਨਿਚੋੜਦਾ ਰਹਿਣਾ, ਖੂਨ ਪਸੀਨੇ ਦੀ ਕਮਾਈ ਉਹ ਲੁੱਟਦਾ ਰਹਿਣਾ, ਤੇ ਸਾਲ ਬਾਅਦ ਤੂੰ ਬ੍ਰਹਮ ਭੋਜ ਕਹਿ ਦੇਣਾ ਵੀ ਮੈਂ ਬ੍ਰਹਮ ਭੋਜ ਕੀਤਾ। ਬ੍ਰਹਮ ਭੋਜ ਤੇਰੇ ਘਰ ਵਿੱਚ ਨਹੀਂ ਹੈ, ਬ੍ਰਹਮ ਭੋਜ ਤਾਂ ਭਾਈ ਲਾਲੋ ਦੇ ਘਰ ਦੇ ਵਿੱਚ ਰੋਜ਼ ਹੁੰਦਾ। ਭਾਵੇਂ ਉਹ ਬਹੁਤਿਆਂ ਨੂੰ ਸੱਦ ਕੇ ਲੰਗਰ ਨਹੀਂ ਛਕਾਉਂਦਾ, ਪਰ ਉਹ ਭਾਵੇਂ ਕਿੱਲੇ ਘੜਦਾ ਵਾ, ਮੰਜੇ ਬਣਾਉਂਦਾ ਵਾ, ਲੱਕੜ ਦਾ ਕਾਰੀਗਰ ਵਾ ਭਾਈ ਲਾਲੋ, ਤੇ ਧਰਮ ਦੀ ਕਿਰਤ ਕਰਦਾ ਵਾ, ਦਸਾਂ ਨੌਹਾਂ ਦੀ ਮਿਹਨਤ ਕਰਦਾ ਹੈ ਭਾਈ ਲਾਲੋ। ਮਹਾਰਾਜ ਕਹਿੰਦੇ ਉਹਦੇ ਘਰ ਵਿੱਚ ਅਸੀਂ ਰੋਜ਼ ਪ੍ਰਸ਼ਾਦਾ ਛਕਦੇ ਰਹੇ ਆ। ਇਹ ਬ੍ਰਹਮ ਭੋਜ ਤਾਂ ਭਾਈ ਲਾਲੋ ਦੇ ਘਰ ਵਿੱਚ ਰੋਜ਼ ਬਣਦਾ। ਧਰਮ ਦੀ ਕਿਰਤ ਜਿਹੜੀ ਕਰਕੇ ਉਹ ਕਿਸੇ ਨੂੰ ਛਕਾਉਣਾ, ਉਹ ਪ੍ਰਵਾਨ ਹੈ ਪਰਮੇਸ਼ਰ ਦੇ ਘਰ ਦੇ ਵਿੱਚ। ਧੋਖਾ ਧੜੀ ਕਰਕੇ, ਲਾਲਚ ਕਰਕੇ, ਲੋਕਾਂ ਦੀ ਲੁੱਟ ਘਸੁੱਟ ਕਰਕੇ ਤੇ ਫਿਰ ਵੱਡੇ ਵੱਡੇ ਲੰਗਰ ਵੀ ਲਾ ਦੇਣੇ, ਉਹ ਪ੍ਰਵਾਨ ਨਹੀਂ ਹੈ। ਮਹਾਰਾਜ ਨੇ ਆਖਿਆ ਸੀ ਲਿਆ ਪੂੜੀਆਂ, ਫੜੀਆਂ ਪੂੜੀਆਂ ਪੂੜੇ, ਇੱਕ ਪਾਸੇ ਭਾਈ ਲਾਲੋ ਜੀ ਦਾ ਕੋਦਰੇ ਦਾ ਸੁੱਕਾ ਪ੍ਰਸ਼ਾਦਾ, ਦੋਵਾਂ ਨੂੰ ਨਿਚੋੜ ਕੇ ਤੇ ਮਲਕ ਭਾਗੋ ਦੀਆਂ ਘਿਓ ਵਿੱਚ ਤਲੀਆਂ ਹੋਈਆਂ ਪੂੜੀਆਂ ਦੇ ਵਿੱਚੋਂ ਖੂਨ ਵਗਾ ਕੇ ਵਿਖਾ ਦਿੱਤਾ ਸੀ। ਭਾਈ ਲਾਲੋ ਦੇ ਸੁੱਕੇ ਪ੍ਰਸ਼ਾਦੇ ਦੇ ਵਿੱਚੋਂ ਦੁੱਧ ਦੀ ਧਾਰ ਵਗਾ ਦਿੱਤੀ, ਦੱਸ ਦਿੱਤਾ ਇਹ ਧਰਮ ਦੀ ਕਿਰਤ ਹੈ, ਮਿਹਨਤ ਦੀ ਕਮਾਈ ਹੈ, ਤੇ ਤੂੰ ਲੋਕਾਂ ਦਾ ਖੂਨ ਹੀ ਨਿਚੋੜਿਆ ਪਿਆ। ਇਹ ਦੁਨੀਆ ਤੇ ਵਾਹ ਵਾਹ ਕਰੇਗੀ ਵੀ ਬੜਾ ਵੱਡਾ ਲੰਗਰ ਲਾਇਆ, ਪਰ ਪਰਮੇਸ਼ਰ ਦੇ ਘਰ ਵਿੱਚ ਰੱਬ ਤਾਂ ਅੰਤਰਜਾਮੀ ਹੈ, ਉਹ ਤਾਂ ਜਾਣਦਾ ਤੂੰ ਕੀ ਕੁਝ ਕਰਕੇ ਲਾਇਆ। ਉਹ ਮਾਈ ਦੇ ਸੰਬੰਧ ਵਿੱਚ ਵੀ ਐਸਾ ਲਿਖਿਆ ਵੀ ਐਰਨ ਦੀ ਚੋਰੀ ਕਰੇ, ਸੂਈ ਕਰਦੀ ਦਾਨ, ਕੋਠੇ ਚੜ ਕੇ ਵੇਖਦੀ ਕਿਧਰੋਂ ਆਉਣ ਬਿਬਾਨ। ਵੀ ਹੁਣ ਬਿਬਾਨ ਕਿਧਰੋਂ ਆਉਣ ਲੱਗੇ ਆ। ਵੀ ਉਹ ਤਾਂ ਧਰਮ ਦੀ ਕਿਰਤ ਕਰਕੇ ਤੇ ਫਿਰ ਜੇ ਘਰ ਵਿੱਚ ਸਭ ਕੁਝ ਹੈ ਤੇ ਉਹਦੇ ਵਿੱਚੋਂ ਫਿਰ ਚੰਗੇ ਜੀਵਨ ਵਾਲੇ ਨੂੰ ਛਕਾਇਆ ਜਾਂਦਾ। ਛਕਣ ਵਾਲਾ ਵੀ ਸਤੀ ਹੁੰਦਾ, ਸੰਤੋਖੀ ਹੁੰਦਾ, ਛਕਾਉਣ ਵਾਲਾ ਸਤੀ ਹੁੰਦਾ। ਜਿਵੇਂ ਮਹਾਰਾਜ ਨੇ ਬਚਨ ਕੀਤਾ, ਸਤੀ ਦੇ ਸੰਤੋਖੀ ਖਾਏ, ਕਹੋ ਨਾਨਕ ਦਰ ਦੀਦਾਰ ਸਮਾਏ। ਦੇਣ ਵਾਲਾ ਸਤੀ ਹੋਵੇ ਤੇ ਛਕਣ ਵਾਲਾ ਵੀ ਸੰਤੋਖੀ ਹੋਵੇ। ਤਾਂ ਇੱਥੇ ਮਹਾਰਾਜ ਸਾਹਿਬ ਜੀ ਕਹਿੰਦੇ ਵੀ ਐਸਾ ਜਿਹਦੇ ਚਿੱਤ ਵਿੱਚ ਭਰਮ ਹੀ ਪਿਆ ਹੈ, ਉਹ ਅਭਿਆਗਤ ਨਹੀਂ ਆਖਿਆ ਜਾ ਸਕਦਾ, ਉਹ ਸਾਧੂ ਨਹੀਂ ਆਖਿਆ ਜਾ ਸਕਦਾ। ਉਹਦੇ ਦੇਣਾ ਹੈ ਨਾ ਜੋ ਕੁਝ ਉਹਨੂੰ। ਮਹਾਰਾਜ ਕਹਿੰਦੇ ਜਿਸ ਤਰ੍ਹਾਂ ਦਾ ਉਹ ਆਪ ਭਰਮ ਵਿੱਚ ਪਿਆ ਹੈ, ਤਿਸ ਦਾ ਦਿੱਤਾ ਨਾਨਕਾ ਤੇਹੋ ਜਿਹਾ ਧਰਮ, ਉਹੋ ਜਿਹਾ ਹੀ ਫਿਰ ਦੇਣ ਵਾਲੇ ਨੂੰ ਪੁੰਨ ਫਲ ਮਿਲਣਾ। ਉਹ ਵੀ ਭਰਮ ਭੁਲੇਖੇ ਦੇ ਵਿੱਚ ਹੀ ਰਵੇਗਾ। ਅਭੈ ਕਹਿੰਦੇ ਵੀ ਡਰ ਤੋਂ ਰਹਿਤ, ਨਿਰੰਜਨ ਜੋ ਮਾਇਆ ਮੈਲ ਅੰਜਨ ਕਾਲਕ ਤੋਂ ਰਹਿਤ, ਸੁੱਧ ਸਰੂਪ ਪਰਮ ਪਦ ਜੋ ਪਰਮ ਪਦਵੀ ਹੈ। ਅਭੈ ਡਰ ਤੋਂ ਰਹਿਤ, ਨਿਰੰਜਨ ਸੁੱਧ ਸਰੂਪ ਪਰਮੇਸ਼ਰ ਦੀ ਪ੍ਰਾਪਤੀ ਦੀ ਜੋ ਪਰਮ ਪਦਵੀ ਹੈ। ਉਸ ਪਰਮ ਪਦਵੀ ਦਾ ਭੁੱਖਾ ਹੋਵੇ ਕੋਈ, ਕਿਸੇ ਨੂੰ ਭੁੱਖ ਲੱਗੇ ਪਰਮ ਪਦਵੀ ਪ੍ਰਾਪਤ ਕਰਨ ਦੀ, ਉਹ ਅਭਿਆਗਤ ਕਹਾ ਸਕਦਾ ਵੀ ਮੈਨੂੰ ਉਹ ਪਰਮੇਸ਼ਰ ਦੀ ਪ੍ਰਾਪਤੀ ਹੋਵੇ ਜੋ ਅਭੈ ਹੈ, ਜਿਹਨੂੰ ਡਰ ਕੋਈ ਨਹੀਂ। ਮੈਨੂੰ ਉਸ ਵਾਹਿਗੁਰੂ ਦੀ ਪ੍ਰਾਪਤੀ ਹੋਵੇ ਜੋ ਨਿਰੰਜਨ ਹੈ, ਮਾਇਆ ਅੰਜਨ ਕਾਲਖ ਤੋਂ ਰਹਿਤ, ਜੋ ਸੁੱਧ ਸਰੂਪ ਹੈ। ਉਸ ਦੀ ਪ੍ਰਾਪਤੀ ਰੂਪੀ ਪਰਮ ਪਦ ਦੀ ਜਿਸ ਨੂੰ ਭੁੱਖ ਲੱਗੇ। ਭੁੱਖ ਤੋਂ ਭਾਵ ਜਿਹਦੇ ਅੰਦਰ ਇੱਛਾ ਪੈਦਾ ਹੋਵੇ। ਜਿਵੇਂ ਮਹਾਰਾਜ ਨੇ ਨਾਮ ਦੀ ਇੱਛਾ ਨੂੰ ਵੀ ਭੁੱਖ ਆਖਿਆ ਹੈ। ਨਾਮ ਦੀ ਅਭਿਲਾਖਾ ਜਿਹੜੀ ਅੰਦਰ ਪੈਦਾ ਹੋਣੀ ਹੈ। ਸਾਚੇ ਨਾਮ ਕੀ ਲਾਗੈ ਭੂਖ, ਉਤ ਭੁੱਖੈ ਖਾਏ ਚੱਲੀਐ ਹੈ ਦੁੱਖ। ਮਹਾਰਾਜ ਕਹਿੰਦੇ ਵੀ ਕੋਈ ਪਰਮ ਪਦ ਦੀ ਇੱਛਾ ਦਾ ਭੁੱਖਾ ਹੋਵੇ, ਕੋਈ ਅਭਿਲਾਖੀ ਹੋਵੇ, ਕੋਈ ਚਾਹਵਾਨ ਹੋਵੇ, ਕਿਸੇ ਦੇ ਅੰਦਰ ਇਹ ਭੁੱਖ ਲੱਗੇ, ਇਸ ਕਾ ਭੋਜਨ ਨਾਨਕਾ, ਫਿਰ ਐਸੇ ਗੁਰਮੁਖ ਦਾ ਜਿਹੜਾ ਭੋਜਨ ਹੈ, ਉਹਨੂੰ ਜੋ ਭੋਜਨ ਛਕਾਉਣਾ ਹੈ, ਵਿਰਲਾ ਪਾਏ ਕੋਈ ਵਿਰਲਾ ਹੀ। ਮਹਾਰਾਜ ਕਹਿੰਦੇ ਵੀ ਐਸੇ ਗੁਰਮੁਖ ਨੂੰ ਭੋਜਨ ਛਕਾਉਣਾ ਪਾਉਂਦਾ ਹੈ।
ਭਾਵ ਕੋਈ ਭਾਗਾਂ ਵਾਲੇ ਨੂੰ ਐਸੇ ਗੁਰਮੁਖ ਦਾ ਸੰਗ ਪ੍ਰਾਪਤ ਹੁੰਦਾ ਹੈ, ਐਸੇ ਗੁਰਮੁਖ ਦੀ ਸੰਗਤ ਪ੍ਰਾਪਤ ਹੁੰਦੀ ਹੈ। ਐਸਾ ਨਿਰ ਇਸ਼ਤ ਜਿਹੜਾ ਹੈ ਨਾ ਸਾਧੂ, ਜਿਹਨੂੰ ਇੱਛਾ ਨਹੀਂ ਹੈ, ਉਹ ਸ਼ਗਨ ਚੁਕਾਉਣ ਦੀ ਲਾਲਸਾ ਤੋਂ ਉੱਪਰ ਉੱਠ ਗਿਆ ਹੈ। ਉਹਦੇ ਅੰਦਰ ਕੋਈ ਇੱਛਾ ਨਹੀਂ ਹੈ ਵੀ ਕੋਈ ਇਹੋ ਜਿਹਾ ਚੰਗਾ ਚੋਖਾ ਮਿਲਣਾ ਚਾਹੀਦਾ। ਜਿਵੇਂ ਕਲਗੀਧਰ ਪਾਤਸ਼ਾਹ ਮਾਲਵੇ ਵਿੱਚ ਜਾ ਰਹੇ ਸਨ, ਇੱਕ ਨਗਰ ਦੀ ਗਾਥਾ ਹੈ, ਤੇ ਉਹ ਪਿੰਡ ਵਾਲੇ ਸਾਰੇ ਇਕੱਠੇ ਹੋ ਕਰਕੇ ਆਏ। ਉਹਨਾਂ ਬੇਨਤੀ ਕੀਤੀ, ਮਹਾਰਾਜ ਵੀ ਜਿਹੜੇ ਸਿੰਘ ਤੇ ਆਪ ਜੀ ਦੇ ਨਾਲ ਵਿਵੇਕੀ ਹਨ, ਵਿਵੇਕ ਨਾਮ ਗਿਆਨ ਦਾ ਵੀ ਹੈ ਤੇ ਵਿਵੇਕ ਨਾਮ ਖਾਲਸੇ ਦੇ ਵਿੱਚ ਸਾਧ ਸੰਗਤ ਜੀ ਸੁੱਧਤਾ ਦੇ ਨਾਲ, ਮਰਿਆਦਾ ਦੇ ਨਾਲ ਲੰਗਰ ਪਾਣੀ ਜੋ ਤਿਆਰ ਕੀਤਾ ਜਾਂਦਾ ਹੈ ਉਹਨੂੰ ਵੀ ਵਿਵੇਕ ਕਿਹਾ ਜਾਂਦਾ ਹੈ। ਆਖਿਆ ਮਹਾਰਾਜ ਜੋ ਆਪ ਜੀ ਦੇ ਨਾਲ ਜੋ ਸਿੰਘ ਬਾਹਰੋਂ ਨਹੀਂ ਛਕਦੇ, ਘਰਾਂ ਚੋਂ ਨਹੀਂ ਛਕਦੇ, ਉਹਨਾਂ ਵਾਸਤੇ ਤੇ ਅਸੀਂ ਮਹਾਰਾਜ ਰਸਤ ਬਸਤਾ ਹਾਜ਼ਰ ਕਰ ਦਿੰਦੇ ਹਾਂ। ਤੁਸੀਂ ਇੱਥੇ ਆਪਣੇ ਲਾਂਗਰੀਆਂ ਨੂੰ ਲਾ ਕਰਕੇ ਲੰਗਰ ਪਾਣੀ ਤਿਆਰ ਕਰਵਾ ਲਓ। ਤੇ ਜਿਹੜੇ ਸਿੰਘ ਮਹਾਰਾਜ ਸਾਡੇ ਨਾਲ ਜਾ ਕੇ ਘਰਾਂ ਵਿੱਚ ਛਕ ਸਕਦੇ ਆ ਤੇ ਕਿਰਪਾ ਕਰਕੇ ਸਾਡੇ ਨਾਲ ਭੇਜੋ। ਸਾਡੀ ਜਿੰਨੀ ਸਮਰੱਥਾ ਹੈ ਪਿੰਡ ਵਾਲਿਆਂ ਦੀ, ਅਸੀਂ ਆਪ ਜੀ ਦੇ ਸਿੰਘਾਂ ਨੂੰ ਪ੍ਰਸ਼ਾਦਾ ਛਕਾਵਾਂਗੇ। ਮਹਾਰਾਜ ਕਹਿਣ ਲੱਗੇ ਜਿਹੜੇ ਸਿੰਘ ਘਰੇ ਜਾ ਕੇ ਛਕ ਸਕਦੇ ਸੀ ਉਹਨਾਂ ਨੂੰ ਆਗਿਆ ਦਿੱਤੀ ਵੀ ਜਾਓ, ਵੀ ਪਿੰਡ ਵਾਲਿਆਂ ਦੇ ਨਾਲ ਜਾਓ ਤੇ ਇਹਨਾਂ ਦੇ ਘਰੇ ਜਾ ਕੇ ਛਕਾਓ ਪ੍ਰਸ਼ਾਦਾ ਪਾਣੀ। ਕੋਈ 5 ਸਿੰਘਾਂ ਨੂੰ ਆਪਣੇ ਘਰੇ ਲੈ ਗਿਆ ਕਿ ਮਹਾਰਾਜ ਮੈਂ 5 ਸਿੰਘਾਂ ਦੀ ਸੇਵਾ ਕਰਾਂਗਾ। ਕੋਈ 7 ਸਿੰਘਾਂ ਨੂੰ ਲੈ ਗਿਆ, ਕੋਈ 4 ਸਿੰਘਾਂ ਨੂੰ ਲੈ ਗਿਆ, ਕੋਈ 3 ਨੂੰ ਲੈ ਗਿਆ, ਕੋਈ 2 ਨੂੰ ਲੈ ਗਿਆ, ਕੋਈ ਇੱਕ ਨੂੰ ਲੈ ਗਿਆ। ਇੱਕ ਗਰੀਬ ਜਿਹਾ ਸਿੱਖ ਸੀ, ਉਹਨੂੰ ਵੀ ਪਿੰਡ ਵਾਲਿਆਂ ਨੇ ਆਖਿਆ ਤੂੰ ਵੀ ਲੈ ਜਾ ਇੱਕ ਸਿੰਘ ਨੂੰ। ਜਦੋਂ ਪਿੰਡ ਵਾਲਿਆਂ ਨੇ ਉਹਨੂੰ ਬਹੁਤਾ ਆਖਿਆ, ਉਹਨੇ ਵੀ ਬੇਨਤੀ ਕੀਤੀ ਮਹਾਰਾਜ ਮੇਰੇ ਨਾਲ ਵੀ ਇੱਕ ਸਿੰਘ ਭੇਜ ਦਿਓ। ਮਹਾਰਾਜ ਨੇ ਭਾਈ ਮਲਿਆਗਰ ਸਿੰਘ ਨੂੰ ਉਹਦੇ ਨਾਲ ਭੇਜ ਦਿੱਤਾ, ਬਾਕੀ ਸਾਰੇ ਗਏ ਛਕਣ। ਹੁਣ ਜਿਸ ਘਰ ਦੇ ਵਿੱਚ ਗਿਆ ਨਾ, ਉਹ ਗਰੀਬ ਸਿੱਖ ਜਿਸ ਨੂੰ ਲੈ ਕਰਕੇ ਗਿਆ ਭਾਈ ਮਲਿਆਗਰ ਸਿੰਘ ਨੂੰ, ਉਸ ਸਿੱਖ ਦੇ ਘਰ ਦੇ ਵਿੱਚ ਛਕਾਉਣ ਵਾਸਤੇ ਕੁਝ ਵੀ ਨਹੀਂ ਸੀ। ਇੰਨੀ ਗਰੀਬੀ ਸੀ ਘਰ ਦੇ ਵਿੱਚ। ਆਟਾ ਵੀ ਨਹੀਂ ਸੀ ਵੀ 2 ਪ੍ਰਸ਼ਾਦੇ ਹੀ ਤਿਆਰ ਕਰਕੇ ਛਕਾ ਸਕਦਾ, ਆਟਾ ਹੀ ਹੈ ਨਹੀਂ ਸੀ ਘਰ ਦੇ ਵਿੱਚ। ਘਰ ਦੇ ਵਿੱਚ ਪੀਲੂ ਪਏ ਸੀ, ਉਹ ਵੀ ਸੁੱਕੇ, ਕਈਆਂ ਦਿਨਾਂ ਦੇ ਤੋੜ ਕੇ ਰੱਖੇ ਹੋਏ ਤੇ ਸੁੱਕੇ। ਤੇ ਜਲ ਹੈਗਾ ਸੀ ਘਰ ਵਿੱਚ, ਘੜੇ ਵਿੱਚ ਪਿਆ। ਉਹਨੇ ਜਲ ਕੱਢਿਆ, ਸਿੰਘ ਨੂੰ ਜਲ ਵਰਤਾਇਆ, ਹੱਥ ਸੁੱਚੇ ਕਰਾਏ ਤੇ ਇੱਕ ਚੰਨਾ ਲਾਗੇ ਰੱਖਿਆ ਤੇ ਉਹਦੇ ਵਿੱਚ ਉਹ ਜਿਹੜੇ ਸੁੱਕੇ ਪੀਲੂ ਸੀ ਉਹ ਪਾ ਕੇ ਭੇਂ ਕੇ ਗਿੱਲੇ ਕਰਕੇ ਤੇ ਸਿੰਘ ਨੂੰ ਦੇ ਦਿੱਤੇ। ਭਾਈ ਮਲਿਆਗਰ ਸਿੰਘ ਨੇ ਉਹ ਪੀਲੂ ਛਕ ਲਏ ਤੇ ਜਲ ਛਕ ਲਿਆ ਛੰਨਾ, ਤੇ ਅਰਦਾਸ ਬੇਨਤੀ ਕੀਤੀ ਤੇ ਵਾਪਸ ਆ ਗਏ। ਹੁਣ ਸਾਰੇ ਸਿੰਘ ਦੱਸਣ ਲੱਗੇ, ਮਹਾਰਾਜ ਪੁੱਛਣ ਲੱਗੇ ਵੀ ਕੀ ਕੀ ਛਕ ਕੇ ਆਏ ਜੇ। ਕਿਸੇ ਨੇ ਆਖਿਆ ਜੀ ਮੈਂ ਖੀਰ ਕੜਾਹ ਛਕ ਕੇ ਆਇਆ, ਕਿਸੇ ਨੇ ਆਖਿਆ ਜੀ ਮੈਂ ਪੂੜੀਆਂ ਛਕ ਕੇ ਆਇਆ, ਕਿਸੇ ਨੇ ਆਖਿਆ ਜੀ ਮੈਂ ਪੂੜੇ ਛਕ ਕੇ ਆਇਆ, ਕਿਸੇ ਨੇ ਕੁਝ ਦੱਸਿਆ, ਕਿਸੇ ਨੇ ਕੁਝ ਦੱਸਿਆ। ਤੇ ਭਾਈ ਮਲਿਆਗਰ ਸਿੰਘ ਨੂੰ ਪੁੱਛਿਆ 10ਵੇਂ ਪਾਤਸ਼ਾਹ ਨੇ, ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ। ਕਹਿਣ ਲੱਗੇ ਸਿੰਘਾ ਤੂੰ ਵੀ ਦੱਸ, ਤੂੰ ਕੀ ਛਕ ਕੇ ਆਇਆ। ਉਹ ਸੰਤੋਖੀ ਸਿੰਘ ਕਹਿਣ ਲੱਗਾ ਮਹਾਰਾਜ ਜੋ ਮੈਂ ਛਕ ਕੇ ਆਇਆ ਵਾਂ, ਅੱਜ ਤੋਂ ਪਹਿਲਾਂ ਮੈਂ ਨਹੀਂ ਕਦੀ ਛਕਿਆ। ਜਿੰਨਾ ਸਵਾਦ ਅੱਜ ਆਇਆ ਇੰਨਾ ਪਹਿਲਾਂ ਨਹੀਂ ਕਦੀ ਆਇਆ। ਪਿੰਡ ਵਾਲੇ ਔਖੇ ਜਿਹੇ ਹੋ ਗਏ। ਉਹ ਕਹਿਣ ਲੱਗੇ ਮਹਾਰਾਜ ਇਹ ਤੁਹਾਡਾ ਸਿੰਘ ਝੂਠ ਬੋਲਦਾ। ਜਿਹਦੇ ਘਰੇ ਗਿਆ ਸੀ ਅਸੀਂ ਜਾਣਦੇ, ਉਹਦੇ ਘਰ ਵਿੱਚ ਤਾਂ ਛਕਾਉਣ ਵਾਸਤੇ ਹੈ ਹੀ ਕੱਖ ਨਹੀਂ, ਉਹਨੇ ਕੀ ਛਕਾ ਦਿੱਤਾ ਇਹੋ ਜਿਹਾ। ਭਾਈ ਮਲਿਆਗਰ ਸਿੰਘ ਨੂੰ ਕਹਿੰਦੇ ਵੀ ਸਿੰਘਾ ਦੱਸ ਕੀ ਛਕਿਆ। ਉਹਨੇ ਕਿਹਾ ਮਹਾਰਾਜ ਮੈਂ ਸੱਚ ਕਹਿੰਦਾ ਵਾਂ, ਜੋ ਮੈਂ ਛਕਿਆ ਅੱਜ ਤੋਂ ਪਹਿਲਾਂ ਕਦੀ ਛਕਿਆ ਹੀ ਨਹੀਂ। ਤੇ ਬੜੇ ਸਵਾਦ ਲੱਗੇ। ਮਹਾਰਾਜ ਕਹਿੰਦੇ ਵੀ ਉਹਨੂੰ ਜਿਹੜੇ ਸਿੰਘ ਨੇ ਛਕਾਇਆ ਉਹਨੂੰ ਬੁਲਾਓ। ਉਹ ਬੁਲਾਇਆ ਗਿਆ, ਪੁੱਛਿਆ ਵੀ ਭਾਈ ਕੀ ਛਕਾਇਆ ਸਾਡੇ ਸਿੰਘ ਨੂੰ। ਕਹਿੰਦਾ ਮਹਾਰਾਜ ਮੈਂ ਗਰੀਬ ਕੀ ਛਕਾਉਣ ਜੋਗਾ ਸਾਂ, ਬਾਕੀ ਸਾਰੇ ਲੈ ਕਰਕੇ ਗਏ। ਚਲੋ ਮੈਂ ਵੀ ਇੱਕ ਸਿੰਘ ਨੂੰ ਘਰੇ ਲੈ ਗਿਆ, ਪਰ ਮੇਰੇ ਘਰ ਵਿੱਚ ਤਾਂ ਆਟਾ ਹੀ ਨਹੀਂ ਸੀ ਹੈਗਾ ਛਕਾਉਣ ਵਾਸਤੇ। ਮੇਰੇ ਘਰ ਵਿੱਚ ਤਾਂ ਅੱਤ ਦੀ ਗਰੀਬੀ। ਸਤਿਗੁਰੂ
मैं तो सिर्फ जाली वरताया ते जाली छकाया वा। पीलू पए सी वो भें के थोड़े जे दिते ते पीलू छकाए महाराज, होर कुछ नहीं सी मेरे घरे छकाउण वास्ते। ते सतगुरु गरीब नवाज खुश होए ते भाई मलियागर सिंह नूं कहण लगे, सिंघा तू साडे सिख दा पड़दा कज्जिया वा, असीं तेरा पड़दा कज्जांगे दोई जहानी। तू साडे सिंह दा पड़दा कज्जिया। ते उस वेले महाराज साहब कहण लगे भी छकण वाला इस तरह का होवे ते छकाउण वाला भी इस तरह का होवे। सती दे संतोखी खाए। उथे महाराज साहब जी ने फिर बख्शियां कीतियां, उस सिख नूं भी निहाल कर दिता जिन्हें सिंह की सेवा की। क्योंकि जे घर दे विच है नहीं कुछ ते फिर तो वो कुछ ही छकाया जाना जो घरे है, ते जिहदे घरे है सारा कुछ हुंदियां वो फिर ना छकावे, वो गुनाही हुंदा है, वो दोषी हुंदा है। भी सब कुछ है पर फिर भी सब कुछ हुंदियां नहीं सद के घरे ते फिर वो जिवें माई ने पहला कीता उस तरह करे तो वो गुनेगार है। पर उस सिख दे घरे तो है ही नहीं सी कुछ। ते नाले जिहड़ा छकण वाला वा वो भी ऐसा होवे, उहदे मन विच इच्छा ही कोई ना होवे, लालसा ही कोई ना होवे। महाराज कहंदे जिहदे अंदर परम पद की भुख लगी है ना, क्योंकि परम पद की भुख तो उदों ही लगूगी जो पदार्थां की भुख तो बंदा उपर उठेगा। जिन्ना चिर पदार्थां की भुख लगती है, खा लीए चंगा पी लीए चंगा, उन्ना चिर परम पद की भुख कित्थे लगनी है। ताका भूखा होए, जिहड़ा परम पद की भुख वाला है, परम पद की प्राप्ति की इच्छा वाला है, महाराज कहंदे उहदा भोजन कोई विरला ही पाउंदा है, भाव उसनूं कोई विरला ही भोजन छकाउंदा है। ते ऐसे प्रभु प्यारे नूं भोजन छकाउण दा फल भी वड्डा मिलदा है, खुशी भी वड्डी मिलती है। भाई गुरदास साहब जी ने सिखां दी महिमा करदिआं आखिया, पंच बार गंग जाए बार पंच प्राग नहाए, तैसा पुण्य एक गुर सिख को निभाए का। ये भावना की गल है सिक्खी, शरधा की गल है सिक्खी। भाई साहब कहंदे कोई 5 वारी गंगा की यात्रा कर आवे, गंगा का इशनान कर आवे। 5 वारी जिथे गंगा जमुना ते सरस्वती, गंगा जमुना ते प्रतख मिलदियां, सरस्वती का गुप्त संगम मन्निया जाता है, गुप्त मिलाप, उन्होंने प्रयागराज कहंदे, इलाहाबाद। कोई उत्थे जाके 5 वारी यात्रा कर आवे, 5 इशनान कर आवे। जिन्ना फल इन्हां दोनों नूं मिलना ना, 5 वारी गंगा की यात्रा इशनान का, 5 वारी प्रयागराज का, कहंदे एक गुरु के सिख नूं इशनान करवा देवे इन्ना फल मिल जाता। 5 बार गंग जाए बार पंच प्राग नहाए, तैसा पुण्य एक गुर सिख को निभाए का। सिख को पिलाए पानी भाव कर कुरखेत, असवमेध जग फल सिख को जिवाए का। कोई भावना दे नाल सिख नूं पानी पिया दवे ना, सिख को पिलाए पानी भाव कर कुरखेत, कहंदे उहनूं कुरुक्षेत्र की यात्रा का फल मिल जाता। कोई सिख नूं प्रशादा छका दवे, एक सिख नूं, ते उहनूं असमेत जग का फल प्राप्त हो जाता। पिछले समय विच, पुरातन समय च लोग तरह तरह के जग करते सी, उन्हां विच एक असमेत जग भी कीता जाता सी। कहंदे एक सिख नूं प्रशादा छका दिता ना ते असमेत जग का फल प्राप्त हो जाता है। भाई गुरदास साहब जी की रचना है। असवमेध जग फल सिख को जिवाए का, जैसे 7 मंदिर कंचन के उसार दीने, तैसा फल तैसा पुण्य सिख को एक शब्द सिखाएगा। जिवें कोई 7 मंदिर सोने दे तैयार करके दान कर दवे, कहंदे भी सिख नूं एक शब्द सिखाउण दा इन्ना पुण्य इन्ना फल प्राप्त हो जाता। ते 7 गिणती विच भी 7 आपां कहने, 6 तो बाद 7, ते 7 जिहड़ा है वो संस्कृत दे विच 100 नूं कहा जाता है। इहदा अर्थ महापुरख 100 भी करदे,
ਵੀ ਕੋਈ 100 ਮਕਾਨ ਸੋਨੇ ਦਾ ਤਿਆਰ ਕਰਕੇ ਦਾਨ ਕਰ ਦਵੇ, ਜਿੰਨਾ ਫਲ ਉਹਨੂੰ ਮਿਲਦਾ ਨਾ, ਸਿੱਖ ਨੂੰ ਇੱਕ ਸ਼ਬਦ ਸਿਖਾਉਣ ਦਾ ਇੰਨਾ ਪੁੰਨ ਫਲ ਪ੍ਰਾਪਤ ਹੁੰਦਾ ਹੈ। ਜੈਸੇ 20 ਬਾਰ ਦਰਸ਼ਨ ਸਾਧ ਕੀਆ ਕਾਹੂ, ਜਿਵੇਂ ਕਿਸੇ ਮਾਤਮ ਤੰਤਰ ਦੇ ਸਾਧੂ ਦੇ 20 ਵਾਰੀ ਕੋਈ ਦਰਸ਼ਨ ਕਰ ਲਵੇ, ਜੋ ਫਲ ਉਹਨੂੰ ਪ੍ਰਾਪਤ ਹੁੰਦਾ ਹੈ ਨਾ, ਤੈਸਾ ਫਲ ਸਿੱਖ ਕੋ ਚਾਪ ਪਗ ਸੁਆਏਗਾ। ਗੁਰੂ ਕੇ ਸਿੱਖ ਨੂੰ ਮੁੱਠੀ ਚਾਪੀ ਕਰਕੇ ਆਰਾਮ ਦੇਣਾ, ਸੌਣਾ, ਕਹਿੰਦੇ ਇੰਨਾ ਫਲ ਪ੍ਰਾਪਤ ਹੋ ਜਾਂਦਾ ਵੀ ਗੁਰੂ ਕਾ ਸਿੱਖ ਸਿਮਰਨ ਕਰਦਿਆਂ ਹੋਇਆਂ, ਬਾਣੀ ਪੜ੍ਹਦਿਆਂ, ਗੁਰੂ ਕੇ ਲੰਗਰਾਂ ਦੀ ਸੇਵਾ ਕਰਦਿਆਂ ਹੋਇਆਂ ਚ ਕੋਈ ਥੱਕਾ ਟੁੱਟਾ ਹੈ ਤੇ ਉਹਦੀਆਂ ਲੱਤਾਂ ਘੁੱਟ ਦੇਣੀਆਂ, ਉਹਦੇ ਚਰਨ ਘੁੱਟ ਦੇਣੇ, ਮੁੱਠੀ ਚਾਪੀ ਕਰ ਦੇਣੀ। ਤੇ ਕਹਿੰਦੇ ਕਿਸੇ ਮਾਤਮ ਤੰਤਰ ਦੇ ਸਾਧੂ ਦੇ 20 ਵਾਰੀ ਦਰਸ਼ਨ ਕਰੀਏ ਤੇ ਜੋ ਫਲ ਮਿਲਦਾ ਹੈ, ਉਹ ਸਿੱਖਾਂ ਦੀ ਸੇਵਾ ਕਰਨ ਨਾਲ ਇੰਨਾ ਫਲ ਪ੍ਰਾਪਤ ਹੋ ਜਾਂਦਾ ਹੈ। ਤਾਂ ਮਹਾਰਾਜ ਸਾਹਿਬ ਜੀ ਕਹਿੰਦੇ ਵੀ ਜਿਹੜਾ ਐਸਾ ਹੈ ਨਾ ਪਰਮ ਪਦ ਦੀ ਭੁੱਖ ਵਾਲਾ, ਪ੍ਰਭੂ ਦਾ ਪਿਆਰਾ, ਉਹਦਾ ਭੋਜਨ ਪਾਉਣਾ ਕੋਈ ਵਿਰਲਾ ਹੀ ਪਾਉਂਦਾ, ਭਾਵ ਉਸ ਦੇ ਦਰਸ਼ਨ, ਉਸ ਦੀ ਸੰਗਤ ਕਿਸੇ ਵਿਰਲੇ ਨੂੰ ਪ੍ਰਾਪਤ ਹੁੰਦੀ ਹੈ, ਉਹ ਕੋਈ ਵਿਰਲਾ ਹੀ ਉਸ ਨੂੰ ਲੰਗਰ ਪਾਣੀ, ਪ੍ਰਸ਼ਾਦਾ ਪਾਣੀ ਛਕਾਉਂਦਾ ਹੈ। ਫਿਰ ਦੂਸਰਾ ਅਰਥ ਮਹਾਂਪੁਰਖਾਂ ਨੇ ਕੀਤਾ ਹੈ ਵੀ ਐਸੇ ਗੁਰਮੁਖ ਦਾ ਜਿਹੜਾ ਭੋਜਨ ਉਹ ਤਾਂ ਗਿਆਨ ਹੈ, ਉਹ ਗਿਆਨ ਰੂਪੀ ਭੋਜਨ ਕੋਈ ਵਿਰਲਾ ਹੀ ਪਾਉਂਦਾ ਹੈ, ਕੋਈ ਵਿਰਲਾ ਹੀ ਦਿੰਦਾ ਹੈ। ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਹੋਰ ਕਿਰਪਾ ਕਰਦੇ, ਅਗਲੇ ਸ਼ਲੋਕ ਦੇ ਵਿੱਚ ਖੁਲਾਸਾ ਕਰਦੇ ਹਨ। ਮਹਾਰਾਜ ਕਹਿੰਦੇ ਵੀ ਅਭਿਆਗਤ ਐਸੇ, ਇਹ ਜਿਹੜੇ ਆ ਇਹਨਾਂ ਨੂੰ ਨਹੀਂ ਆਖਿਆ ਜਾ ਸਕਦਾ ਕਿ ਜਿਨ੍ਹਾਂ ਦੇ ਮਨ ਦੇ ਵਿੱਚ ਭਰਮ ਭੁਲੇਖਾ ਹੈ ਤੇ ਜਿਹੜੇ ਸਿਰਫ ਪੇਟ ਪਾਲਣ ਵਾਸਤੇ ਹੀ ਤੁਰੇ ਫਿਰਦੇ ਹਨ, ਸਾਧੂਆਂ ਦਾ ਲਿਬਾਸ ਧਾਰਿਆ ਹੋਇਆ, ਇਹ ਜਿਹੜੇ ਐਸੇ ਹਨ, ਇਹਨਾਂ ਨੂੰ ਅਭਿਆਗਤ ਨਹੀਂ ਕਿਹਾ ਜਾ ਸਕਦਾ, ਸਾਧੂ ਨਹੀਂ ਕਿਹਾ ਜਾ ਸਕਦਾ, ਬੈਰਾਗੀ ਨਹੀਂ ਕਿਹਾ ਜਾ ਸਕਦਾ। ਜਿਹੜੇ ਸਿਰਫ ਪਰਾਏ ਘਰਾਂ ਵਿੱਚ ਜਾ ਕੇ ਭੋਜਨ ਹੀ ਕਰਦੇ, ਭੋਜਨ ਹੀ ਛਕਣ ਜਾਂਦੇ, ਜਿਨ੍ਹਾਂ ਨੇ ਸਿਰਫ ਇਹ ਬੈਰਾਗੀਆਂ ਵਾਲਾ, ਵੈਸ਼ਨੂਆਂ ਵਾਲਾ ਲਿਬਾਸ ਧਾਰਨ ਕੀਤਾ ਹੋਇਆ, ਸਾਧੂਆਂ ਵਾਲਾ ਲਿਬਾਸ ਧਾਰਨ ਕੀਤਾ ਹੋਇਆ ਤੇ ਪਰਾਏ ਘਰਾਂ ਵਿੱਚ ਜਾ ਕਰਕੇ ਭੋਜਨ ਹੀ ਛਕਣ ਜਾਂਦੇ ਆ। ਮਹਾਰਾਜ ਕਹਿੰਦੇ ਇਹ ਅਭਿਆਗਤ ਆਖਣ ਦੇ ਯੋਗ ਨਹੀਂ, ਇਹਨਾਂ ਨੂੰ ਨਹੀਂ ਅਭਿਆਗਤ ਆਖਿਆ ਜਾ ਸਕਦਾ। ਉਦਰ ਨਾਮ ਹੈ ਪੇਟ ਦਾ। ਮਹਾਰਾਜ ਕਹਿੰਦੇ ਇਹ ਤਾਂ ਆਪਣੇ ਪੇਟ ਦੇ ਵਾਸਤੇ ਤੁਰੇ ਫਿਰਦੇ, ਸਿਰਫ ਢਿੱਡ ਨੂੰ ਲੈ ਕੇ, ਪੇਟ ਨੂੰ ਲੈ ਕੇ ਤੁਰੇ ਫਿਰਦੇ। ਉਦਰ ਹੈ ਕਾਰਨ ਆਪਣੇ ਉਦਰ ਦੀ ਪਾਲਣਾ ਵਾਸਤੇ, ਪੇਟ ਪੂਰਤੀ ਦੇ ਵਾਸਤੇ। ਪਹਿਲੇ ਕਹੀਏ ਬਹੁਤੇ ਭੇਖ ਕਰਦੇ, ਕਦੀ ਕਿਹੋ ਜਿਹਾ ਭੇਖ ਕਰ ਲਿਆ, ਕਦੀ ਕਿਹੋ ਜਿਹਾ ਲਿਬਾਸ ਧਾਰਨ ਕਰ ਲਿਆ, ਕਦੀ ਕਿਸ ਤਰ੍ਹਾਂ ਦਾ ਚੋਲਾ ਪਾ ਲਿਆ, ਕਦੀ ਕਿਸ ਤਰ੍ਹਾਂ ਦਾ ਧਾਰਮਿਕ ਬਾਣਾ ਪਾ ਲਿਆ। ਇਹ ਤਾਂ ਬਹੁਤੇ ਜਿਹੜੇ ਭੇਖ ਵਾਏ ਆਪਣੇ ਉਦਰ ਭਰਨ ਵਾਸਤੇ ਹੀ ਕਰਦੇ, ਪੇਟ ਭਰਨ ਵਾਸਤੇ ਹੀ ਕਰਦੇ ਹਨ। ਮਹਾਰਾਜ ਕਹਿੰਦੇ ਅਸਲ ਵਿੱਚ ਸਾਧੂ ਤਾਂ ਉਹ ਹੈ, ਅਭਿਆਗਤ ਤਾਂ ਸਹੀ ਉਹਨਾਂ ਨੂੰ ਕਿਹਾ ਜਾ ਸਕਦਾ ਹੈ ਜੇ ਆਤਮ ਗੌਨ ਕਰੇ, ਜਿਹੜੇ ਆਪਣੀ ਆਤਮਾ ਦੀ ਸੈਰ ਕਰਨ, ਆਤਮਾ ਦੇ ਵਿੱਚ ਗੌਣ ਵਿਚਰਨਾ ਕਰੇਨ, ਵਿਚਰਨਾ ਕਰਨ, ਆਤਮਾ ਤੀਕ ਪਹੁੰਚਣ। ਪਰ ਜਿਹੜਾ ਪੇਟ ਦੀ ਪੂਰਤੀ ਵਾਸਤੇ ਮਹਾਰਾਜ ਕਹਿੰਦੇ ਤੁਰਿਆ ਫਿਰਦਾ ਹੈ, ਕਦੀ ਕਿਸੇ ਘਰ ਕਦੀ ਕਿਸੇ ਘਰੇ, ਉਹ ਅਭਿਆਗਤ ਨਹੀਂ ਕਹਾ ਸਕਦਾ, ਉਹ ਸਾਧੂ ਨਹੀਂ ਕਹਾ ਸਕਦਾ। ਸਾਧੂ ਤਾਂ ਉਹ ਹੈ, ਅਭਿਆਗਤ ਤਾਂ ਉਹ ਹੈ ਜਿਹੜਾ ਆਪਣੀ ਆਤਮਾ ਦੇ ਵਿੱਚ ਉਤਰੇ, ਆਤਮਾ ਤੀਕ ਪਹੁੰਚੇ, ਸਰੀਰ ਦੀਆਂ ਭੁੱਖਾਂ ਤੋਂ ਉੱਪਰ ਉੱਠੇ, ਪੇਟ ਦੀ ਭੁੱਖ ਤੋਂ ਉੱਪਰ ਉੱਠੇ ਤੇ ਆਤਮਾ ਦੇ ਵਿੱਚ ਜਿਹਦਾ ਨਿਵਾਸ ਹੋਵੇ। ਮਹਾਰਾਜ ਕਹਿੰਦੇ ਉਹ ਅਭਿਆਗਤ ਕਹਾ ਸਕਦਾ ਹੈ। ਐਸੇ ਜਿਹੜੇ ਆਤਮਾ ਦੇ ਵਿੱਚ ਵਿਚਰਨ ਵਾਲੇ ਹਨ, ਉਹ ਫਿਰ ਆਪਣੇ ਸਹੁ ਮਾਲਕ ਨੂੰ, ਆਪਣੇ ਪਤੀ ਪਰਮਾਤਮਾ ਨੂੰ ਭਾਲ ਲੈਂਦੇ ਹਨ, ਆਤਮਾ ਦੇ ਵਿੱਚੋਂ ਪਰਮਾਤਮਾ ਦਾ ਦਰਸ਼ਨ ਕਰ ਲੈਂਦੇ ਹਨ। ਨਿਜ ਘਰ ਰਹਿਣ ਕਰੇ, ਉਹ ਫਿਰ ਨਿਜ ਘਰ ਦੇ ਵਿੱਚ ਰਹਿਣਾ ਕਰਦੇ, ਉਹ ਪਰਾਏ ਘਰਾਂ ਦੇ ਵਿੱਚ ਪ੍ਰਸ਼ਾਦੇ ਛਕਣ ਹੀ ਨਹੀਂ ਜਾਂਦੇ। ਫਿਰ
ਉਹ ਪਰਾਏ ਘਰਾਂ ਦੇ ਵਿੱਚ ਸਿਰਫ ਪੇਟ ਪੂਰਤੀ ਕਰਨ ਵਾਸਤੇ ਨਹੀਂ ਜਾਂਦੇ, ਉਹਨਾਂ ਨੂੰ ਖਾਣ ਪੀਣ ਦੀ ਲਾਲਸਾ ਨਹੀਂ ਰਹਿੰਦੀ ਹੈ, ਉਹਨਾਂ ਨੂੰ ਲਾਲਚ ਨਹੀਂ ਰਹਿੰਦਾ ਹੈ। ਉਹ ਤਾਂ ਨਿੱਜ ਘਰ ਦੇ ਵਾਸੀ ਹੋ ਜਾਂਦੇ ਆ, ਸਰੂਪ ਘਰ ਦੇ, ਆਤਮਿਕ ਘਰ ਵਿੱਚ ਉਹਨਾਂ ਦਾ ਵਾਸਾ ਹੋ ਜਾਂਦਾ ਹੈ। ਆਪਣੇ ਘਰ ਵਿੱਚ ਟਿਕ ਕੇ ਬੈਠ ਜਾਂਦੇ ਹੋ। ਥਿਰ ਘਰ ਬੈਸਹੁ ਹਰਿ ਜਨ ਪਿਆਰੇ, ਸਤਿਗੁਰ ਤੁਮਰੇ ਕਾਜ ਸਵਾਰੇ। ਉਹ ਥਿਰ ਘਰ, ਆਪਣੇ ਘਰ ਵਿੱਚ ਥਿਰ ਹੋ ਜਾਂਦੇ, ਆਤਮਿਕ ਘਰ ਦੇ ਵਿੱਚ। ਨਿੱਜ ਘਰ ਸਤ ਸੰਗਤ ਵਿੱਚ ਰਹਿਣਾ ਕਰਦੇ, ਨਿੱਜ ਘਰ ਆਪਣੇ ਆਤਮਿਕ ਘਰ ਦੇ ਵਿੱਚ, ਸਰੂਪ ਘਰ ਦੇ ਵਿੱਚ ਰਹਿਣਾ ਕਰਦੇ ਹਨ। ਪੌੜੀ ਦੇ ਵਿੱਚ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਹੋਰ ਖੁਲਾਸਾ ਕਰਦੇ ਹਨ। ਅੰਬਰ ਧਰਤ ਵਿਛੋੜਿਆ। ਗਰੀਬ ਨਵਾਜ ਕਹਿੰਦੇ ਵੀ ਇਹ ਅੰਬਰ ਨੂੰ ਤੇ ਧਰਤੀ ਨੂੰ ਕਰਤਾ ਪੁਰਖ ਨੇ ਵਿਛੋੜਿਆ। ਪਹਿਲਾਂ ਇਹ ਇਕੱਠੇ ਹੀ ਸੀ ਉਹਦੇ ਹੁਕਮ ਦੇ ਨਾਲ, ਅੰਬਰ ਆਕਾਸ਼ ਤੇ ਧਰਤੀ। ਫਿਰ ਪਰਮੇਸ਼ਰ ਵਾਹਿਗੁਰੂ ਜੀ ਨੇ ਇਹਨਾਂ ਨੂੰ ਵਿਛੋੜ ਦਿੱਤਾ, ਇਹਨਾਂ ਦਾ ਵਿਛੋੜਾ ਆਪਸ ਵਿੱਚ ਪਾ ਦਿੱਤਾ। ਅੰਬਰ ਨੂੰ ਉੱਪਰ ਕਰ ਦਿੱਤਾ, ਧਰਤੀ ਨੂੰ ਹੇਠਾਂ ਕਰ ਦਿੱਤਾ ਹੈ, ਇਹਨਾਂ ਨੂੰ ਵਿਛੋੜ ਦਿੱਤਾ ਹੈ। ਇਹ ਧਰਤੀ ਰੂਪੀ ਗਲੀਚਾ ਵਿਛਾ ਦਿੱਤਾ ਹੈ ਤੇ ਅੰਬਰ ਆਕਾਸ਼ ਰੂਪੀ ਚੰਦੋਆ ਬਣਾ ਦਿੱਤਾ ਹੈ। ਆਕਾਸ਼ ਰੂਪੀ ਇਹ ਨੀਲਾ ਚੰਦੋਆ ਤਾਣ ਦਿੱਤਾ ਹੈ। ਅੰਬਰ ਧਰਤ ਵਿਛੋੜਿਆਨ, ਇਹ ਪਰਮੇਸ਼ਰ ਵਾਹਿਗੁਰੂ ਜੀ ਨੇ ਅੰਬਰ ਨੂੰ ਤੇ ਧਰਤੀ ਨੂੰ ਦੋਨਾਂ ਨੂੰ ਆਪਸ ਦੇ ਵਿੱਚੋਂ ਵਿਛੋੜਿਆ ਹੈ, ਵਿੱਥ ਪਾਈ ਹੈ। ਵਿੱਚ ਸੱਚਾ ਅਸਰਾ। ਪਰ ਇਹਨਾਂ ਦੋਨਾਂ ਦੇ ਵਿੱਚ ਜੋ ਸੱਚਾ ਹੈ ਨਾ ਉਹ ਪਰਮੇਸ਼ਰ, ਅਸਰਾ ਉਹ ਆਸਰਾ ਰੂਪ ਉਹ ਆਪ ਹੈ। ਧਰਤੀ ਨੂੰ ਵੀ ਉਹਨੇ ਆਸਰਾ ਦਿੱਤਾ ਹੈ, ਆਕਾਸ਼ ਨੂੰ ਵੀ ਉਹਨੇ ਹੀ ਆਸਰਾ ਦਿੱਤਾ। ਉਹਦੇ ਆਸਰੇ ਦੇ ਨਾਲ ਹੀ ਧਰਤੀ ਖਲੋਤੀ ਹੋਈ ਹੈ, ਨਹੀਂ ਤੇ ਧਰਤੀ ਦੇ ਹੇਠਾਂ, ਧਰਤੀ ਦੇ ਆਲੇ ਦੁਆਲੇ 10 ਗੁਣਾ ਵੱਧ ਪਾਣੀ ਹੈ ਮਿੱਟੀ ਨਾਲੋਂ। ਧਰਤੀ ਦੇ ਨਾਲੋਂ 10 ਗੁਣਾ ਵੱਧ ਪਾਣੀ ਹੈ। ਇਹ ਪਰਮੇਸ਼ਰ ਵਾਹਿਗੁਰੂ ਜੀ ਦੀ ਹੀ ਕਲਾ ਹੈ, ਇਹ ਉਹਦੀ ਹੀ ਸੱਤਾ ਹੈ ਵੀ ਉਹਨੇ ਧਰਤੀ ਨੂੰ 10 ਗੁਣਾ ਪਾਣੀ ਦੇ ਵਿੱਚ ਵੀ ਕਿਸ ਤਰ੍ਹਾਂ ਆਪਣਾ ਆਸਰਾ ਦੇ ਕੇ ਖਿਲਾਰਿਆ ਹੋਇਆ। ਇਹ ਪਾਣੀ ਦੇ ਵਿੱਚ ਡੁੱਬਦੀ ਨਹੀਂ ਹੈ, ਪਾਣੀ ਦੇ ਵਿੱਚ ਖੁਰਦੀ ਨਹੀਂ ਹੈ। ਇਹ ਪਰਮੇਸ਼ਰ ਵਾਹਿਗੁਰੂ ਜੀ ਦੀ ਕਲਾ ਹੈ। ਵਿੱਚੇ ਧਰਤੀ ਵਿੱਚੇ ਪਾਣੀ, ਵਿੱਚ ਹੀ ਧਰਤੀ ਤੇ ਵਿੱਚੇ ਪਾਣੀ, ਪਾਣੀ ਦੇ ਵਿੱਚ ਹੀ ਧਰਤੀ ਨੂੰ ਖਿਲਾਰਿਆ ਹੋਇਆ। ਇਸ ਤਰ੍ਹਾਂ ਰੱਖਿਆ ਹੋਇਆ ਹੈ ਜਿਵੇਂ ਬੱਕਰੀ ਤੇ ਸ਼ੇਰ ਇਕੱਠੇ ਰੱਖੇ ਹੋਣ ਇੱਕੇ ਥਾਂ ਦੇ ਉੱਤੇ। ਉਹ ਪਰਮੇਸ਼ਰ ਵਾਹਿਗੁਰੂ ਜੀ ਬੱਕਰੀ ਤੇ ਸ਼ੇਰ ਨੂੰ ਵੀ ਇਕੱਠਾ ਹੀ ਰੱਖ ਦਿੰਦਾ ਹੈ। ਵਿੱਚੇ ਧਰਤੀ ਵਿੱਚੇ ਪਾਣੀ ਵਿੱਚ ਕਾਸ ਤੇ ਅਗਨ ਰਖੀਜੈ, ਬੱਕਰੀ ਸਿੰਘ ਇਕ ਤੈ ਥਾਏ ਰਾਖੈ, ਮਨ ਹਰ ਜਪ ਭ੍ਰਮ ਭਉ ਦੂਰ ਕੀਜੈ। ਮਹਾਰਾਜ ਕਹਿੰਦੇ ਮਨਾ ਐਸੇ ਸਮਰੱਥ ਪਰਮੇਸ਼ਰ ਨੂੰ ਜਪਿਆ ਕਰ ਤੇ ਸਾਰੇ ਭਰਮ ਭੁਲੇਖੇ ਦੂਰ ਕਰ ਦੇ। ਉਹ ਪਰਮੇਸ਼ਰ ਚਾਹੇ ਤੇ ਸ਼ੇਰ ਬੱਕਰੀ ਨੂੰ ਇਕੱਠੇ ਰੱਖ ਸਕਦਾ ਹੈ। ਉਹ ਪਰਮੇਸ਼ਰ ਵਾਹਿਗੁਰੂ ਜੀ ਨੇ ਵੇਖ ਵਿੱਚੇ ਹੀ ਧਰਤੀ ਨੂੰ ਪਾਣੀ ਦੇ ਵਿੱਚ ਰੱਖਿਆ ਹੋਇਆ ਹੈ, ਅੱਗ ਨੂੰ ਲੱਕੜ ਦੇ ਵਿੱਚ ਰੱਖਿਆ ਹੋਇਆ ਹੈ ਤੇ ਲੱਕੜ ਦੇ ਵਿੱਚ ਰਹਿੰਦੀ ਅੱਗ, ਲੱਕੜ ਨੂੰ ਸਾੜਦੀ ਨਹੀਂ ਹੈ। ਐਸਾ ਉਹ ਪਰਮੇਸ਼ਰ ਵਾਹਿਗੁਰੂ, ਉਹਨੇ ਆਸਰਾ ਦਿੱਤਾ ਹੋਇਆ ਧਰਤੀ ਨੂੰ ਵੀ ਤੇ ਆਕਾਸ਼ ਨੂੰ ਵੀ। ਮਹਾਰਾਜ ਸਾਹਿਬ ਕਹਿੰਦੇ ਨਾ ਦਸਮ ਪਾਤਸ਼ਾਹ, ਖੰਡਾ ਪ੍ਰਿਥਮੈ ਸਾਜ ਕੈ ਜਿਨ ਸਭ ਸਹਿ ਸਾਰਿਓ ਪਾਇਆ, ਬ੍ਰਹਮਾ ਵਿਸ਼ਨ ਮਹੇਸ਼ ਸਾਜ ਕੁਦਰਤੀ ਦਾ ਖੇਲ ਰਚਾਏ ਬਣਾਇਆ। ਸਿੰਧ ਪਰਬਤ ਮੇਦਨੀ ਬਿਨ ਥੰਮਾ ਗਗਨ ਰਹਾਇਆ। ਬਿਨਾ ਥੰਮਾ ਤੋਂ ਤਾਂ ਇੱਕ ਨਿੱਕੀ ਜੀ ਛੱਤ ਨਹੀਂ ਖਲੋਂਦੀ। ਇੱਕ ਕਮਰਾ, ਛੋਟਾ ਜਿਹਾ ਕਮਰਾ ਪਾਉਣੇ ਆਪਾਂ, ਉਹਦੇ ਥੱਲੇ ਕੰਧਾਂ ਨਾ ਕੀਤੀਆਂ ਜਾਣ, ਪਿੱਲਰ ਨਾ ਦਿੱਤੇ ਜਾਣ, ਕੋਈ ਥੰਮਾ ਨਾ ਦਿੱਤਾ ਜਾਵੇ, ਇੱਕ ਨਿੱਕੀ ਜੀ ਛੱਤ ਨਹੀਂ ਖਲੋਂਦੀ। ਤੇ ਰੱਬ ਨੇ ਕਿੱਡੀ ਵੱਡੀ ਛੱਤ ਖਿਲਾਰੀ ਹੋਈ ਬਿਨਾ ਥੰਮਾ ਤੋਂ। ਉਹਦੀ ਸੱਤਾ ਏਡੀ ਵੱਡੀ ਹੈ। ਕਲਗੀਧਰ ਪਾਤਸ਼ਾਹ ਕਹਿੰਦੇ ਆ, ਬਿਨ ਥੰਮਾ ਗਗਨ ਰਹਾਇਆ, ਬਿਨ ਥੰਮਾ ਗਗਨ ਰਹਾਇਆ। ਥੰਮਾ ਗਗਨ ਰਹਾਇਆ, ਬਿਨ ਥੰਮਾ ਗਗਨ ਰਹਾਇਆ। ਬਿਨ ਥੰਮਾ ਗਗਨ ਰਹਾਇਆ, ਬਿਨ ਥੰਮਾ ਗਗਨ ਰਹਾਇਆ। ਥੰਮਾ ਗਗਨ ਰਹਾਇਆ, ਬਿਨ ਥੰਮਾ ਗਗਨ
पर्वत मेदनी, सिंध पर्वत मेदनी। पर्वत मेदनी, सिंध पर्वत मेदनी। बिन थम्मा गगन रहाया, बिन थम्मा गगन रहाया। थम्मा गगन रहाया, बिन थम्मा गगन रहाया। सिरजे दानो देवते, तिने अंदर बाद रचाया। तैही दुर्गा साज कै, दैंता दा नाश कराया। तैथों ही बल राम लै, नाल बाणा दह सिरकाया। तैथों ही बल कृष्ण लै, कंस केसी पकड़ गिराया। बड़े बड़े मुन देवते, कई जुग तिनी तन ताया। किनी तेरा अंत ना पाया। वो बेअंत स्वरूप परमेश्वर है। महाराज साहब जी कहते भी अपना आसरा विच सच्चा असराओ। ਧਰਤੀ ਨੂੰ ਵੀ ਉਹਨੇ ਆਸਰਾ ਦਿੱਤਾ ਹੋਇਆ ਹੈ, ਅੰਬਰ ਨੂੰ ਵੀ ਵਿੱਚ ਉਹਨੇ ਸੱਚੇ ਨੇ ਆਸਰਾ ਦਿੱਤਾ ਹੋਇਆ, ਸੱਚੇ ਦਾ ਹੀ ਵਿੱਚ ਵਿਚਾਲੇ ਆਸਰਾ ਹੈ। ਘਰ ਦਰ ਸਭੋ ਸੱਚ ਹੈ। ਗਰੀਬ ਨਵਾਜ ਕਹਿੰਦੇ ਉਹ ਘਰ ਵੀ ਤੇ ਦਰ ਵੀ, ਪਰਮੇਸ਼ਰ ਦਾ ਘਰ ਵੀ, ਪਰਮੇਸ਼ਰ ਵਾਹਿਗੁਰੂ ਜੀ ਦਾ ਦਰ ਵੀ, ਸਭੋ ਸੱਚ ਹੈ, ਸਾਰਾ ਕੁਝ ਸੱਚ ਹੈ। ਉਹਦਾ ਘਰ ਵੀ ਦਰ ਵੀ ਸੱਚਾ ਹੈ। ਜਿਸ ਵਿੱਚ ਸੱਚਾ ਨਾਮ, ਕਿਉਂਕਿ ਜਿਸ ਦੇ ਵਿੱਚ ਸੱਚਾ ਨਾਮ ਵਸਦਾ ਹੈ, ਉਹ ਘਰ ਪ੍ਰਤੱਖ ਘਰ ਵੀ, ਜਿੱਥੇ ਪਰਿਵਾਰ ਦੇ ਮੈਂਬਰ ਜੀ ਜੰਤ ਰਹਿੰਦੇ ਆ, ਉਹ ਘਰ ਵੀ ਸੱਚਾ ਹੈ। ਉਸ ਘਰ ਦੇ ਦਰ ਦਰਵਾਜ਼ੇ ਵੀ ਸੱਚੇ ਆ, ਜਿਸ ਘਰ ਦੇ ਵਿੱਚ ਸੱਚਾ ਨਾਮ ਜਪਿਆ ਜਾਂਦਾ ਹੈ, ਉਹ ਘਰ ਸੱਚਾ ਹੈ। ਮਹਾਰਾਜ ਨੇ ਬਾਣੀ ਚੋਂ ਨਗਰ ਨੂੰ ਵੀ ਆਖਿਆ, ਉਹ ਨਗਰ ਵੀ ਭਾਗਾਂ ਵਾਲਾ, ਜਿੱਥੇ ਨਾਮ ਜਪੀਏ ਪ੍ਰਭ ਪਿਆਰੇ, ਸੇ ਅਸਥਲ ਸੋਇਨ ਚੌਬਾਰੇ। ਜਿੱਥੇ ਨਾਮ ਨਾ ਜਪੀਏ ਮੇਰੇ ਗੋਇੰਦਾ, ਸੇਈ ਨਗਰ ਉਜਾੜੀ ਜੀਓ। ਜਿੱਥੇ ਨਾਮ ਨਹੀਂ ਜਪਿਆ ਜਾਂਦਾ ਗੋਬਿੰਦ ਦਾ, ਪਰਮੇਸ਼ਰ ਦਾ, ਉਹ ਭਾਵੇਂ ਵਸਦਾ ਨਗਰ ਹੈ, ਮਹਾਰਾਜ ਕਹਿੰਦੇ ਫਿਰ ਵੀ ਉਜਾੜ ਹੈ। ਜੇ ਉਜਾੜ ਵਿੱਚ ਨਾਮ ਜਪਿਆ ਜਾਂਦਾ, ਸਤਿਗੁਰੂ ਕਹਿੰਦੇ ਜਾਣੋ ਉੱਥੇ ਸੋਨੇ ਦੇ ਚੁਬਾਰੇ ਪਏ ਹੋਏ ਆ, ਭਾਵੇਂ ਉਂਝ ਦਿਸਣ ਨੂੰ ਉਜਾੜ ਹੋਵੇ, ਜੰਗਲ ਹੈ। ਉਹ ਛਪਰੀ ਵੀ ਭਲੀ ਹੈ, ਭਲੀ ਸੁਹਾਵੀ ਛਾਪਰੀ, ਜਾ ਮਹਿ ਗੁਣ ਗਾਏ। ਜਿਹਦੇ ਵਿੱਚ ਪ੍ਰਭੂ ਦੇ ਗੁਣ ਗਾਏ ਜਾਂਦੇ, ਤੇ ਜਿੱਥੇ ਗੁਣ ਨਹੀਂ ਗਾਏ ਜਾਂਦੇ ਪ੍ਰਭੂ ਦੇ, ਕਿਤ ਹੀ ਕਾਮਣਾ ਧੌਲ ਹਰ ਜਿਤ ਹਰ ਬਿਸਰਾਏ। ਕਬੀਰ ਜਹ ਘਰ ਸਾਧਨਾ ਸੇਵੀਐ, ਹਰ ਕੀ ਸੇਵਾ ਨਾਹੇ। ਤੇ ਘਰ ਮਰਹਟ ਸਾਰਖੇ, ਭੂਤ ਬਸਹਿ ਤਿਨ ਮਾਹੇ। ਭਗਤ ਕਬੀਰ ਸਾਹਿਬ ਕਹਿੰਦੇ ਜਿਨ੍ਹਾਂ ਘਰਾਂ ਵਿੱਚ ਪਰਮੇਸ਼ਰ ਦਾ ਸਿਮਰਨ ਨਹੀਂ ਕੀਤਾ ਜਾਂਦਾ, ਸੰਗਤ ਦੀ ਸੇਵਾ ਨਹੀਂ ਕੀਤੀ ਜਾਂਦੀ, ਉਹ ਘਰ ਕਾਹਦਾ, ਉਹ ਤਾਂ ਮੜੀਆਂ ਦੇ ਤੁੱਲ ਹੈ। ਕਹਿੰਦੇ ਉਹ ਤਾਂ ਸ਼ਮਸ਼ਾਨ ਘਾਟ ਵਰਗਾ ਹੈ। ਉਹ ਪਰਿਵਾਰ ਦੇ ਜੀ ਜੰਤ ਕੀ ਕਹਿੰਦੇ, ਉੱਥੇ ਤਾਂ ਭੂਤਨਿਆਂ ਦਾ ਵਾਸਾ ਹੈ, ਭੂਤ ਬਸੈ ਤਿਨ ਮਾਹੇ। ਪਰ ਉਹ ਘਰ, ਉਹ ਦਰ, ਸਾਰਾ ਕੁਝ ਹੀ ਸਭੋ ਸੱਚ ਹੈ, ਜਿਸ ਵਿੱਚ ਸੱਚਾ ਨਾਮ, ਜਿਸ ਵਿੱਚ ਸੱਚਾ ਨਾਮ ਜਪਿਆ ਜਾਂਦਾ ਹੈ। ਅਥਵਾ ਸਰੀਰ ਰੂਪੀ ਉਹ ਘਰ ਵੀ ਸੱਚਾ ਹੈ, ਤੇ ਮੁੱਖ ਰੂਪੀ ਉਹ ਦਰਵਾਜ਼ਾ ਵੀ ਸੱਚਾ ਹੈ। ਕਿਉਂਕਿ ਸਰੀਰ ਇੱਕ ਘਰ ਹੈ ਤੇ ਮੋਖੇ ਦਾ ਦਰਵਾਜ਼ਾ ਹੈ। ਜਿਸ ਹਿਰਦੇ ਘਰ ਵਿੱਚ ਵਾਹਿਗੁਰੂ ਦਾ ਨਾਮ ਵਸਦਾ ਹੈ, ਜਿਸ ਰਸਨਾ ਉੱਤੇ ਮੁੱਖ ਵਿੱਚ ਵਾਹਿਗੁਰੂ ਦਾ ਨਾਮ ਵਸਦਾ ਹੈ, ਉਹ ਘਰਦਾਰ ਸਭੋ ਸੱਚ ਹੈ। ਉਹ ਸਰੀਰ ਰੂਪੀ ਘਰ ਵੀ ਤੇ ਮੁੱਖ ਰੂਪੀ ਦਰ ਵੀ ਸਾਰਾ ਸੱਚਾ ਹੈ, ਜਿਸ ਵਿੱਚ ਸੱਚੇ ਨਾਮ ਦਾ ਵਾਸਾ ਹੈ। ਸਭ ਸੱਚਾ ਵਰਤਦਾ, ਤੇ ਘਰ ਦਰ ਸਭੋ ਸੱਚ ਹੈ। ਘਰ ਇਹ ਸੰਸਾਰ ਰੂਪੀ ਜਿੰਨਾ, ਇਹ ਸਾਰਾ ਘਰ ਹੈ। ਇਹ ਘਰ, ਇਹ ਦਰ, ਇਹ ਵੀ ਸਾਰਾ ਸੱਚਾ ਹੈ। ਫਿਰ ਘਰ ਪਰਮੇਸ਼ਰ ਵਾਹਿਗੁਰੂ ਜੀ ਦਾ ਸੱਚ, ਇਹ ਸਤ ਸੰਗਤ ਰੂਪੀ ਘਰ, ਗਿਆਨ ਰੂਪੀ ਦਰ ਦਰਵਾਜ਼ਾ। ਫਿਰ ਇਸੇ ਤਰ੍ਹਾਂ ਸੱਚਖੰਡ ਰੂਪੀ ਘਰ ਦਰ ਵੀ ਸੱਚਾ ਹੈ, ਜਿਸ ਵਿੱਚ ਸੱਚੇ ਦਾ ਨਾਮ ਹੈ। ਅੱਗੇ ਮਹਾਰਾਜ ਕਹਿੰਦੇ ਸਭ ਸੱਚਾ ਹੁਕਮ ਵਰਤਦਾ, ਸਾਰੇ ਪਾਸੇ ਉਹ ਸੱਚੇ ਪਰਮੇਸ਼ਰ ਦਾ ਸੱਚਾ ਹੁਕਮ ਹੀ ਵਰਤ ਰਿਹਾ ਹੈ। ਗੁਰਮੁਖ ਸਤ ਸਮਾਇ, ਤੇ ਗੁਰਮੁਖ ਜਿਹੜੇ ਗੁਰੂ ਕੀ ਸ਼ਰਨ ਪੈ ਕੇ ਸੱਚੇ ਨਾਮ ਨੂੰ ਜਪਦੇ, ਉਹ ਸੱਚੇ ਪਰਮੇਸ਼ਰ ਵਿੱਚ ਸਮਾ ਜਾਂਦੇ ਹਨ। ਸੱਚਾ ਆਪ ਤਖਤ ਸੱਚਾ, ਉਹ ਪਰਮੇਸ਼ਰ ਵਾਹਿਗੁਰੂ ਸੱਚਾ ਆਪ ਹੈ ਭਾਈ, ਉਹ ਆਪ ਸੱਚਾ ਹੈ। ਆਦ ਸੱਚ ਜੁਗਾਦ ਸੱਚ ਹੈ, ਭੀ ਸੱਚ ਨਾਨਕ ਹੋਸੀ ਭੀ ਸੱਚ। ਆਪ ਵੀ ਸੱਚਾ ਹੈ ਤੇ ਉਹਦਾ ਸੰਸਾਰ ਰੂਪੀ ਤਖਤ ਵੀ ਸੱਚਾ ਹੈ। ਉਹ ਆਪ ਪਰਮੇਸ਼ਰ ਸੱਚਾ ਹੈ ਤੇ ਉਹਦਾ
फैसले करने वाला तख्त भी सच्चा है। वह सच्चा करे न्याय। ते सच्चा वाहिगुरु अपने तख्त ते बैठ करके फिर सच्चा न्याय करदा है। वो प्रभु आप सच्चा है, ਉਹਦਾ सत संगत रूपी तख्त भी सच्चा है। ते गुरु रूप हो करके ते सत संगत रूपी तख्त दे विच बैठ करके वो परमेश्वर वाहिगुरु जो गुरसिखां दे जग्यासुआं नूं उपदेश देण रूपी फैसले करदा, वो भी सच्चा न्याय करदा, सच्चे फैसले करदा है। वो आप सच्चा है, ਉਹਦਾ परलोक रूपी तख्त भी सच्चा है। ते उत्थे धर्म राजा दी सेवा ला करके वो न्याय भी सच्चा करदा है। जिहो जे जीव कर्म करदे उस तरह दा फल भुगताउंदा है। नानक जी उपाय कह लिख नावे धर्म बहालिया, उथे सच्चे ही सच निबड़े चुन वख कढे जजमालिया। थाउ न पाइन कूड़ियार मोह काले दोजक चालिया, तेरे नाई रत्ते से जैन गए हार गए से ठगन वालिया। लिख नावे धर्म बहालिया, सारे नामे लिखण वास्ते धर्म राजा बिठाया होया उसने। प्रलोक रूपी तख्त भी ਉਹਦਾ सच्चा है। जिथे फिर पापी जीव जेड़े पाप करके फिर हाए हाए करदे, पापी कर्म कमावदे करदे हाए हाए। नानक जिਉਂ मथन माधाणियां त्यों मथे धर्म राए। वह सच्चा करे न्याय, वो सच्चा परमेश्वर वाहिगुरु आप बैठ के सच्चा न्याय करदा है। वही कढ के है चंगी तरह जिवें बाणियां नहीं रत्ती रत्ती मासे मासे तोले तोले का हिसाब किताब करदा, इस तरह करदा है। रत्तियों मासा तोल कढ़ावणिया, लेखा रब मंगेसिया बैठा कट वही। तलबा पौसने आकियां बाकी जिन्ना रही। वो प्रभु सच्चा आप है, ਉਹਦਾ तख्त सच्चा है, ਉਹਦਾ न्याय भी सच्चा है। बह करके सच्चा फैसला सच्चा न्याय करदा है। सब सच्चो सच वरतदा। महाराज कहंदे सब पासे सच्चो साची परमेश्वर दा वरतारा हुक्म रूपी वरतदा है। गुरमुख रख लखाई। ते ਉਹ परमेश्वर वाहिगुरु जी ने गुरमुखां ਨੂੰ अपना अलख ਸਰੂਪ है जो लखिया नहीं जाता। अपने हठ नाल अपनी सियाणप नाल अपने यत्नां नाल वो अलख ਸਰੂਪ गुरमुखां ਨੂੰ परमेश्वर ने लिखा दिता है। अथवा ਜਿਹੜੇ गुरु की शरण पैण वाले गुरमुख ਹਨ ਉਹਨਾਂ ਨੂੰ गुरु साहब जी ने अलख ਸਰੂਪ लिखाया जनाया है। कि ਉਹਨਾਂ गुरमुखां ने फिर उस अलख ਸਰੂਪ ਨੂੰ ਅੱਗੇ ਜਗਿਆਸੂਆਂ ਨੂੰ लिखा दिता है। वाह वाह सच्चे पातशाह। ਉਹ फिर गुरमुख इस तरह ਕਹਿੰਦੇ ਆ कि धन है तू सच्चे पातशाह। वाहो अश्चर्य है सच्चे पातशाह। सच्ची नाई। ते तू आप भी सच्चा है ते तेरी नाई शोभा भी सच्ची है। ये सच्चे पातशाह आश्चर्य स्वरूप विस्माद स्वरूप तू आप भी सच्चा है, तेरी शोभा भी सच्ची है। ये रामकली दी पहली वार साध संगत जी 6वीं पौड़ी श्लोकां सहित सतगुरु जी ने उपदेश बख्शिया। गुरु जी की अगाध बोध बाणी की विचार सांझी करदियां होइयां भुल्लां चुक्कां दी सतगुरु जी गुर संगत जी खिमा देनी। देहो सज्जणिया सी सड़ियां ज्यों होवै साहिब स्यों मेल। सब सच्चो सच वरतदा। गुरमुख अलख लखाई। वाहो वाहो सच्चे पातशाह तू सच्चे नाई। वाहिगुरु जी का खालसा वाहिगुरु जी की फतेह।